जी का खालसा वाहिगुरु जी की फतेह। दंडोत बंदन अनेक बार सर्व कला समरथ, सर्व कला समरथ। डोलन तेरा को प्रभु नानक दे कर हाथ। सुर नर मुन जन अमृत खोज दे, सो अमृत गुर ते पाया। पाया अमृत गुर कृपा कीनी, सच्चा मन वसाया। वाहिगुरु जी का खालसा वाहिगुरु जी की फतेह। जो दीवान सज रहे ने मालक की कृपा नाल अमृत संचार ਨੂੰ ਸਮਰਪਿਤ, ਜਦੋਂ ਅੰਮ੍ਰਿਤ ਦੀ ਦਾਤ ਮਿਲ ਜਾਏਗੀ ਤੇ ਜਿਨ੍ਹਾਂ ਨੂੰ ਮਿਲਣੀ ਹੋਈ ਹੈ ਉਹਨਾਂ ਵਾਸਤੇ ਕੀ ਹੁੰਦਾ ਹੈ? ਜਦੋਂ ਦੂਜੇ ਨੂੰ ਮਿਲਦੇ ਆ ਤੇ ਕੀ ਬੁਲਾਣਾ ਹੈ? ਫਤਿਹ ਬੁਲਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮਨੀ ਸਿੰਘ ਜੀ ਨੇ ਦਸਮ ਪਿਤਾ ਕੋਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪੁੱਛਿਆ, ਮਹਾਰਾਜ ਇਹ ਫਤਿਹ ਵਿੱਚ ਕਿਹੜੀ ਰਮਜ ਰੱਖੀ ਹੈ, ਕਿੰਨੀ ਬਰਕਤ ਪਾਈ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਇਹ ਭੰਗਾਣੀ ਦਾ ਯੁੱਧ ਜਦੋਂ ਜਿੱਤਿਆ ਨਾ ਪਹਿਲਾਂ, ਤੇ ਸਿੱਖਾਂ ਨੇ ਮਹਾਰਾਜ ਨੂੰ ਬੜੀਆਂ ਵਧਾਈਆਂ ਦਿੱਤੀਆਂ। ਮਹਾਰਾਜ ਆਪ ਜੀ ਨੇ ਜੰਗ ਫਤਿਹ ਕੀਤਾ ਹੈ ਤੇ ਮਹਾਰਾਜ ਨੇ ਕਿਹਾ ਵੀ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ, ਜਿੱਤ ਵੀ ਵਾਹਿਗੁਰੂ ਦੀ। ਤੇ ਤਾਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵੀ ਅਸੀਂ ਤੇ ਤੁਸੀਂ ਵੀ ਵਾਹਿਗੁਰੂ ਜੀ ਦੇ ਹੋ ਤੇ ਫਤਿਹ ਤੇ ਜਿੱਤ ਵੀ ਮਾਲਕ ਦੀ ਹੈ। ਮਾਲਕ ਦੀ ਕਿਰਪਾ ਨਾਲ ਹੀ ਜਿੱਤ ਮਿਲਦੀ ਹੈ। ਤੇ ਮਹਾਰਾਜ ਕਿੰਨੀ ਬਰਕਤ ਰੱਖੀ ਹੈ ਇਸ ਫਤਿਹ ਵਿੱਚ। ਮਹਾਰਾਜ ਕਹਿੰਦੇ ਜੇ ਦੋ ਸਿੰਘ ਆਪਸ ਵਿੱਚ ਮਿਲਣ ਤੇ ਸੰਕੋਚ ਨਾ ਕਰਨ ਫਤਿਹ ਬੁਲਾਉਣ 'ਚ। ਵੀ ਜਿਹੜਾ ਪਹਿਲ ਕਰੇ ਨਾ ਉਹ ਨਾ ਸੋਚੇ ਕਿ ਇਹ ਮੈਨੂੰ ਬੁਲਾਏਗਾ, ਉਹ ਮੈਨੂੰ ਬੁਲਾਏਗਾ ਤਾਂ ਮੈਂ ਜਵਾਬ ਦੇਣਾ ਹੈ। ਕਹਿੰਦੇ ਜਿਹੜਾ ਪ੍ਰੇਮ ਨਾਲ ਮੈਨੂੰ ਯਾਦ ਕਰਕੇ ਗੱਜ ਵੱਜ ਕੇ ਸਾਹਮਣੇ ਵਾਲੇ ਨੂੰ ਫਤਿਹ ਬੁਲਾਏ ਤੇ ਉਹ ਜਿਹੜੇ ਰੂਪ ਦੇ ਤੁਸੀਂ ਮੇਰੇ, ਇਹ ਕਹਿੰਦੇ ਕਿ ਜਿਹੜੇ ਤੁਸੀਂ ਮੇਰੇ ਸੜਗੁਣ ਰੂਪ ਦੇ ਦਰਸ਼ਨ ਕਰ ਰਹੇ ਹੋ ਨਾ, ਇਸ ਰੂਪ ਦਾ ਮਹੱਤਵ ਉਹਨੂੰ ਦੇ ਦਿੱਤਾ। ਵੀ ਉਹਨੂੰ ਦਰਸ਼ਨ ਦੇ ਆਪਣੇ ਸਨਮੁਖ ਰੱਖ ਲਿੱਤਾ ਉਹਨੂੰ, ਉਸ ਸਿੱਖ ਨੂੰ। ਉਸ ਦਰਸ਼ਨਾਂ ਦਾ ਮਹੱਤਵ ਉਸ ਸਿੱਖ ਦੀ ਝੋਲੀ 'ਚ ਪਾ ਦਿੱਤਾ। ਤੇ ਮਹਾਰਾਜ ਜੀ ਨੇ ਵਾਪਸੀ ਜਵਾਬ ਦਿੱਤਾ ਵੀ ਦੋ ਸਿੰਘ ਨੇ ਨਾ, ਜਿਹਨੇ ਵਾਪਸੀ ਜਵਾਬ ਦਿੱਤਾ ਉਹਦੇ ਵਾਸਤੇ ਵੀ ਕੁਝ ਰੱਖਿਆ ਹੈ। ਮਹਾਰਾਜ ਕਹਿੰਦੇ ਜਿਹਨੇ ਵਾਪਸੀ ਜਵਾਬ ਦੇ ਦਿੱਤਾ ਨਾ ਫਤਿਹ ਦਾ, ਵੀ ਮੇਰੀ ਫਤਿਹ ਜਾਣ ਕੇ ਮੈਨੂੰ ਯਾਦ ਕਰਕੇ ਉਹਨੂੰ ਆਪਣੇ ਸੱਜੇ ਪਾਸੇ ਦਾ ਮਹੱਤਵ ਦਿੱਤਾ। ਸੱਜੇ ਪਾਸੇ ਅਸੀਂ ਕਿਹਨੂੰ ਆਪਣੇ ਕਰਦੇ ਹਾਂ? ਜਿਹਨੂੰ ਆਪਣੇ ਤੋਂ ਜ਼ਿਆਦਾ ਅੱਗੇ ਕਰਨਾ ਹੁੰਦਾ ਹੈ। ਜਿਵੇਂ ਅਸੀਂ ਆਪਣੇ ਬੱਚੇ ਨੂੰ ਨਾਲ ਰੱਖਿਆ ਹੋਇਆ ਹੈ ਤਾਂ ਆਪਣੇ ਨੂੰ ਸੱਜੇ ਪਾਸੇ ਕਰਦੇ ਨਾ, ਇਸ ਤਰ੍ਹਾਂ ਕਰਕੇ ਕਦੀ ਵਾਰੀ ਅੱਗੇ ਇਹਨੂੰ ਕਰਾਂ, ਇਸ ਤਰ੍ਹਾਂ ਕਰਕੇ। ਕਹਿੰਦੇ ਮਹਾਰਾਜ ਕਹਿੰਦੇ ਉਹਨੂੰ ਆਪਣੇ ਸੱਜੇ ਪਾਸੇ ਰੱਖ ਲਿੱਤਾ। ਤੇ ਮਹਾਰਾਜ ਅੱਗੋਂ ਕਹਿੰਦੇ ਮਨੀ ਸਿੰਘ ਦੇ ਬਿਨਾਂ ਪੁੱਛੇ ਕਿ ਕਹਿੰਦੇ ਸਿਰਫ ਇੰਨਾ ਹੀ ਨਾ ਜਾਣੋ, ਜਿਹਨੇ ਢਿੱਲੀ ਬੁਲਾਈ ਹੋਏ ਇਹ ਤੇ ਸੱਜੇ ਪਾਸੇ ਤੇ ਉਹਨੂੰ ਰੱਖਿਆ, ਜਿਹਨੇ ਅੱਗੇ ਜਵਾਬ ਵਿੱਚ ਵੀ ਫਿਰ ਗੱਜ ਕੇ ਹੀ ਜਵਾਬ ਦਿੱਤਾ। ਤੇ ਜਿਹਨੇ ਥੋੜੀ ਜਿਹੀ ਢਿੱਲੀ ਜਵਾਬ ਦੇ ਦਿੱਤਾ ਹੋਏ ਉਹਨੂੰ ਮਹਾਰਾਜ ਕਹਿੰਦੇ ਉਹਨੂੰ ਵੀ ਫਿਰ ਖੱਬੇ ਪਾਸੇ ਰੱਖ ਲਿੱਤਾ, ਉਹਨੂੰ ਖੱਬੇ ਪਾਸੇ ਦਾ ਮਹੱਤਵ ਦੇ ਦਿੱਤਾ। ਤੇ ਫਿਰ ਮਹਾਰਾਜ ਕਹਿੰਦੇ ਤੇ ਜਿਹਨੇ ਬੁਲਾਈ ਨਾ ਹੋਏ, ਜਿਹੜਾ ਅੜੀ ਗਿਆ ਹੋਏ ਨਹੀਂ ਬੁਲਾਉਂਦੇ, ਉਹਨੂੰ ਮਹਾਰਾਜ ਕਹਿੰਦੇ ਉਹਨੂੰ ਪਿੱਠ ਦੇ ਦਿੱਤੀ। ਫਿਰ ਮਹਾਰਾਜ ਦੀ ਪਿੱਠ ਤੇ ਲੈਣੀ ਨਹੀਂ ਕਦੀ। ਤੇ ਅਸੀਂ ਫਿਰ ਉਸੇ ਲਾਈਨ 'ਚ ਖੜੇ ਹੋਈਏ ਕਿ ਸਨਮੁਖ ਮਹਾਰਾਜ ਦੇ ਸਨਮੁਖ ਰਹੀਏ। ਦਰਸ਼ਨ ਜਿਹੜੇ ਸਨਮੁਖ ਸਿੱਖ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਉਹਨਾਂ ਨੂੰ ਵੀ ਸਾਰੀ ਬਰਕਤਾਂ, ਸੱਜੇ ਵਾਲੇ ਕੋਲ ਵੀ ਬਰਕਤਾਂ, ਖੱਬੇ ਵਾਲੇ ਕੋਲ ਵੀ ਬਰਕਤਾਂ। ਕਿਸੇ ਸ਼੍ਰੇਣੀ ਵਿੱਚ ਤੇ ਰਹੀ ਹੈ ਨਾ, ਪਿੱਠ ਨਹੀਂ ਕਰਨ ਦੇਣੀ ਮਹਾਰਾਜ ਨੂੰ। ਮਹਾਰਾਜ ਕਹਿੰਦੇ ਜਿਹਨੇ ਫਤਿਹ ਬੁਲਾਈ ਨਹੀਂ ਉਹਦੇ ਵੱਲ ਪਿੱਠ ਕਰ ਦਿੱਤੀ। ਤੇ ਗੱਜ ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾ ਕੇ ਅਸੀਂ ਆਪਣਾ ਹਰ ਮੈਦਾਨ ਦੀਵਾਨ ਫਤਿਹ ਕਰਦੇ ਹਾਂ। ਜਦੋਂ ਬੱਚਾ ਪੇਪਰ ਦੇਣ ਜਾਏ ਨਾ ਉਹਨੂੰ ਵੀ ਪਿਆਰ ਨਾਲ ਗਲੇ ਲਗਾ ਕੇ, ਨੌਕਰੀ ਵਾਸਤੇ ਇੰਟਰਵਿਊ ਦੇਣ ਜਾਏ, ਕੋਈ ਵੀ ਕੰਮ ਕਰਨ ਜਾਏ, ਉਹਨੂੰ ਜਦੋਂ ਮੱਥਾ ਟੇਕਦਾ ਹੈ, ਤੁਹਾਡੇ ਕੋਲ ਅਸੀਸ ਮੰਗਦਾ ਹੈ, ਜਦੋਂ ਉਹਨੂੰ ਗਲੇ ਲਗਾਉਂਦੇ ਆ ਪਿਆਰ ਨਾਲ ਤੇ ਗੁਰੂਆਂ ਨੂੰ ਯਾਦ ਕਰਕੇ ਫਤਿਹ ਬੁਲਾਓ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ। ਕੱਲ ਅਸੀਂ ਵਿਚਾਰ ਕਰ ਰਹੇ ਸੀ ਕਿ ਗੁਰਬਾਣੀ, ਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਗੁਰਬਾਣੀ ਸਾਡੇ ਗੁਰੂ ਰੂਪ ਨੇ। ਲੇਕਿਨ ਗੁਰੂ ਨੂੰ ਧਾਰਨ ਕਰਨ ਲਈ ਪੁਰਾਤਨ ਸਮੇਂ ਤੋਂ ਹੀ, ਸਨਾਤਨ ਸਮੇਂ ਤੋਂ ਹੀ ਅਸੀਂ ਦੇਖ ਰਹੇ ਹਾਂ, ਆਦਿ ਅਨਾਦਿ ਕਾਲ ਤੋਂ ਇੱਕ ਮਰਿਆਦਾ ਹੁੰਦੀ ਹੈ। ਉਹ ਮਹਾਰਾਜ ਨੇ ਮਰਿਆਦਾ ਬੰਨੀ ਕਿ ਪਹਿਲੇ ਸਰਗੁਣ ਰੂਪ ਵਿੱਚ ਚਰਨ ਪਹੁਲ ਦੇ ਕੇ ਸਿੱਖੀ ਦਿੰਦੇ ਸੀ।
मतलब कि गुरु ਅਸੀਂ ਧਾਰਨ ਕਰਦੇ ਸੀ ਜਦੋਂ ਗੁਰੂ ਸਾਹਿਬ ਆਪਣੇ ਸਰਗੁਣ ਸਰੀਰ ਰੂਪ ਵਿੱਚ ਸੀ। 10 ਜਾਮਿਆਂ ਵਿੱਚ ਚਰਨ ਪਹੁਲ ਰਹਿ ਕੇ ਅਸੀਂ ਦੀਕਸ਼ਾ ਲੈਂਦੇ ਸੀ, ਅਸੀਂ ਸਿੱਖੀ ਲੈਂਦੇ ਸੀ ਮਹਾਰਾਜ ਪਾਸੋਂ। ਜਦੋਂ ਮਹਾਰਾਜ ਨੇ 10ਵੇਂ ਜਾਮੇ ਵਿੱਚ ਆਪਣੀ ਇਸ ਖੇਡ ਨੂੰ ਸਮੇਟਣਾ ਹੈ, ਇਸ ਸਰਗੁਣ ਲੀਲਾ ਨੂੰ ਸਮਾਪਤ ਕਰਨਾ ਹੈ ਤੇ ਜੋਤ ਟਿਕਾ ਦੇਣੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਤੇ ਮਹਾਰਾਜ ਨੇ ਨਾਲ ਗੁਰਤਾ ਗੱਦੀ ਗੁਰੂ ਪੰਥ ਖਾਲਸਾ ਨੂੰ ਵੀ ਬਖਸ਼ੀ। ਤੇ ਫਿਰ ਸਿੱਖੀ ਹੁਣ ਕਿਵੇਂ ਮਿਲੇਗੀ, ਗੁਰੂ ਕਿਵੇਂ ਧਾਰਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿਨ੍ਹਾਂ 'ਚ 10 ਪਾਤਸ਼ਾਹੀਆਂ ਦੀ ਜੋਤ ਵਿਰਾਜਮਾਨ ਹੈ। 10 ਪਾਤਸ਼ਾਹੀਆਂ ਨੂੰ ਕਿਵੇਂ ਗੁਰੂ ਧਾਰਨ ਕਰਾਂਗੇ? ਮਹਾਰਾਜ ਨੇ ਕਿਹਾ ਕਿ 5 ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ, ਖੰਡੇ ਪਹੁਲ ਦੀ ਜਿਹੜੀ ਅੰਮ੍ਰਿਤ ਦੀ ਦਾਤ ਲੈ ਕੇ ਅਸੀਂ ਫਿਰ ਗੁਰੂ ਮਰਿਆਦਾ ਅਨੁਸਾਰ ਜਿਹੜੀ ਹੈ ਆਪਣੇ ਸਿੱਖੀ ਲਵਾਂਗੇ। ਮਤਲਬ ਮਹਾਰਾਜ ਨੂੰ ਗੁਰੂ ਮੰਨ ਲਵਾਂਗੇ, ਗੁਰੂ ਸਾਡੇ ਹੋ ਗਏ, ਸਾਡੇ ਅੰਦਰ ਜਿਹੜੀ ਇਹ ਸਾਡੇ ਮੱਥੇ ਤੇ ਮੋਹਰ ਲੱਗ ਗਈ। ਤੇ ਇਹ ਜਿਹੜੀ ਮੋਹਰ ਲਗਵਾਉਣੀ ਬਹੁਤ ਜ਼ਰੂਰੀ, ਜੋ ਅਸੀਂ ਕੱਲ੍ਹ ਵਿਚਾਰ ਕਰ ਰਹੇ ਸੀ। ਹੁਣ ਇਹਦੇ ਵਿੱਚ ਅਸੀਂ ਕੀ ਪੜ੍ਹਿਆ? ਗੁਰਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਇਹਦੇ ਵਿੱਚ ਕਈ ਲੋਕ ਪ੍ਰਸ਼ਨ ਪੁੱਛਦੇ ਨੇ ਕਿ ਅੰਮ੍ਰਿਤ ਇੱਕੋ ਹੀ ਹੈ ਕਿ ਬਹੁਤ ਸਾਰੇ ਅੰਮ੍ਰਿਤ ਨੇ? ਵਿੱਚ ਬਾਣੀ ਅੰਮ੍ਰਿਤ ਸਾਰੇ ਕਿਉਂ ਲਿਖ ਦਿੱਤਾ? ਵੀ ਬੜੇ ਤਰ੍ਹਾਂ ਦੇ ਅੰਮ੍ਰਿਤ ਹੁੰਦੇ ਨੇ ਤਾਂ ਲਿਖਿਆ ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਇਹਦੀ ਅਸੀਂ ਕੱਲ੍ਹ ਵਿਚਾਰ ਕਰ ਆਏ ਕਿ ਅੰਮ੍ਰਿਤ ਅਸੀਂ ਕਿਹਨੂੰ ਕਿਹਨੂੰ ਕਹਿੰਦੇ ਹਾਂ। ਅੰਮ੍ਰਿਤ ਜਿਹੜਾ ਮ੍ਰਿਤਿੂ ਤੋਂ ਰਹਿਤ ਕਰਦੇ, ਜਿਹੜਾ ਸ਼ਕਤੀ ਦੇ, ਜਿਹੜੇ ਪ੍ਰਾਣਾਂ ਨੂੰ ਬਚਾਉਣ ਵਿੱਚ ਸਹਾਇਕ ਹੋਏ, ਤੇ ਜਿਹੜਾ ਖੰਡੇ ਬਾਟੇ ਦੀ ਪਹੁਲ ਵਾਲਾ ਅੰਮ੍ਰਿਤ ਹੈ, ਗੁਰਬਾਣੀ ਰੂਪ ਅੰਮ੍ਰਿਤ ਹੈ, ਨਾਮ ਰੂਪ ਅੰਮ੍ਰਿਤ ਹੈ, ਉਹ ਤੇ ਜੀਵਨ ਮੁਕਤ ਅਵਸਥਾ ਵਿੱਚ ਪਹੁੰਚਾਉਣ ਵਾਲਾ ਅੰਮ੍ਰਿਤ ਹੈ। ਤੇ ਇਹ ਜਿਹੜੇ ਅੰਮ੍ਰਿਤ ਇਹ ਵੀ ਮੰਨੇ ਜਾਂਦੇ ਨੇ ਜਿਹੜੇ ਸਾਡੇ ਜੀਵਨ ਲਈ ਸਹਾਇਕ ਹੁੰਦੇ ਨੇ। ਅਸੀਂ ਕਿਹੜੇ ਕਿਹੜੇ ਅੰਮ੍ਰਿਤ ਪੜ੍ਹੇ? ਜਹ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਜਿੰਨੇ ਵੀ ਤਰ੍ਹਾਂ ਦੇ ਭੋਜਨ ਅਸੀਂ ਗ੍ਰਹਿਣ ਕਰਦੇ ਹਾਂ ਉਹ ਵੀ ਸਾਰੇ ਅੰਮ੍ਰਿਤ, ਪਾਣੀ ਅੰਮ੍ਰਿਤ, ਹਵਾ ਅੰਮ੍ਰਿਤ। ਫਿਰ ਅਸੀਂ ਇਹ ਵੀ ਜਾਣਿਆ ਕਿ ਜਿੰਨੇ ਦੇਵੀ ਦੇਵਤਾ ਹੁੰਦੇ ਨੇ ਉਹ ਵੀ ਅੰਮ੍ਰਿਤ ਰੂਪ ਨੇ, ਕਿਉਂਕਿ ਸੂਰਜ ਰੋਸ਼ਨੀ ਦੇ ਰਿਹਾ ਹੈ, ਅਗਨੀ ਦੇਵ ਪ੍ਰਕਾਸ਼ ਦੇ ਰਹੇ ਨੇ, ਇਹ ਸਾਰੇ ਵੀ ਅੰਮ੍ਰਿਤ। ਧਨ ਦੌਲਤ ਮਕਾਨ ਇਹ ਵੀ ਸਾਰੇ ਅੰਮ੍ਰਿਤ ਮੰਨੇ ਜਾਂਦੇ ਨੇ, ਕਿਉਂਕਿ ਇਹਨਾਂ ਬਗੈਰ ਵੀ ਜੀਵਨ ਅਸੰਭਵ ਜਿਹਾ ਹੋ ਜਾਂਦਾ ਹੈ। ਤੇ ਜੋ ਸਾਨੂੰ ਮ੍ਰਿਤਿੂ ਤੋਂ ਰਹਿਤ ਕਰੇ, ਸਾਡੇ ਜੀਵਨ ਦੀ ਰੱਖਿਆ ਕਰੇ, ਜੀਵਨ ਜੀਣ ਵਿੱਚ ਸਹਾਇਕ ਹੋਏ, ਉਹ ਸਾਰੇ ਅੰਮ੍ਰਿਤ ਨੇ। ਤੇ ਹੁਣ ਗੁਰਬਾਣੀ ਗੁਰੂ ਕੀ ਕਹਿ ਰਹੇ ਨੇ? ਵਿੱਚ ਬਾਣੀ ਅੰਮ੍ਰਿਤ ਸਾਰੇ। ਜਿੰਨੇ ਵੀ ਅੰਮ੍ਰਿਤ ਦੀ ਕੱਲ ਵਿਚਾਰ ਕੀਤੀ ਜਾਂ ਜੋ ਨਹੀਂ ਵਿਚਾਰ ਕੀਤੀ ਗਈ, ਸਾਨੂੰ ਕਰਨੀ ਹੀ ਨਹੀਂ ਆਈ, ਜਿੰਨੇ ਵੀ ਤਰ੍ਹਾਂ ਦੇ ਅੰਮ੍ਰਿਤ ਗੁਰੂ ਸਾਹਿਬ ਕਹਿੰਦੇ ਨੇ ਜਾਣਦੇ ਹੋ, ਉਹ ਸਾਰੇ ਗੁਰਬਾਣੀ ਵਿੱਚ ਵਿਦਿਆਮਾਨ ਨੇ। ਗੁਰਬਾਣੀ ਗੁਰੂ ਕੈਸੇ ਅੰਮ੍ਰਿਤ ਰੂਪ ਨੇ ਕਿ ਉਹਨਾਂ ਵਿੱਚ ਹੀ ਸਾਰੇ ਅੰਮ੍ਰਿਤ ਨੇ। ਤੇ ਇਹ ਸੱਚੀ ਬਾਣੀ ਨੂੰ ਜਪਿਆਂ ਹੀ ਕਿਰਪਾ ਮਿਲਦੀ ਹੈ। ਸਾਨੂੰ ਕੋਈ ਧਨ ਦੌਲਤ ਚਾਹੀਦੀ ਹੈ, ਕੋਈ ਦੁੱਖ ਰੋਗ ਦੂਰ ਕਰਨਾ ਹੈ, ਸਾਨੂੰ ਕੋਈ ਵੀ ਨੌਕਰੀ ਕੁਝ ਵੀ ਚਾਹੀਦਾ, ਅਸੀਂ ਗੁਰੂ ਸਾਹਿਬ ਦੀ ਸ਼ਰਨ ਜਾਂਦੇ ਹਾਂ, ਬਾਣੀ ਦਾ ਪਾਠ ਕਰਦੇ ਹਾਂ, ਨੇਮ ਲੈਂਦੇ ਹਾਂ, ਨਾਮ ਜਪਦੇ ਹਾਂ, ਮੂਲ ਮੰਤਰ ਕਰਦੇ ਹਾਂ। ਇਹਦਾ ਮਤਲਬ ਕੀ ਹੈ? ਅਸੀਂ ਉਸ ਅੰਮ੍ਰਿਤ ਤੋਂ ਉਹ ਵਾਲਾ ਅੰਮ੍ਰਿਤ ਚਾਹੀਦਾ ਹੁੰਦਾ ਜਿਹੜਾ ਸਾਡੇ ਮਨ ਵਿੱਚ ਉਸ ਸਮੇਂ ਆ ਰਿਹਾ ਹੁੰਦਾ ਹੈ, ਜਾਂ ਜਿਹਦੀ ਸਾਨੂੰ ਉਸ ਸਮੇਂ ਆਪਣੇ ਗ੍ਰਸਤ ਜੀਵਨ ਵਿੱਚ ਲੋੜ ਹੁੰਦੀ ਹੈ। ਇਹ ਕਿਰਪਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਰ ਸਕਦੀ ਹੈ, ਜੋ ਆਪ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਅੰਮ੍ਰਿਓ ਰਸ, ਅੰਮ੍ਰਿਤ ਹਰ ਕਾ ਨਾਮ। ਇਹ ਜਿਹੜੀ ਅੰਮ੍ਰਿਤ ਬਾਣੀ ਹੈ ਇਹ ਸਾਨੂੰ ਅੰਮ੍ਰਿਤ ਰੂਪ ਹੀ ਰਸ ਪ੍ਰਦਾਨ ਕਰਦੀ ਹੈ ਤੇ ਅੰਮ੍ਰਿਤ ਰੂਪ ਹੀ ਨਾਮ ਦਿੰਦੀ ਹੈ। ਜਦੋਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਨਾਮ ਚੱਲਦਾ ਹੈ। ਫਿਰ ਜਿਵੇਂ ਜਿਵੇਂ ਨਾਮ ਜਪਦੇ ਹਾਂ, ਗੁਰੂ ਸਾਹਿਬ ਕੋਲੋਂ ਬਖਸ਼ਿਆ ਹੋਇਆ, ਇਹ ਯਾਦ ਰੱਖੋ, ਜਦੋਂ ਅਸੀਂ ਗੁਰੂ ਸਾਹਿਬ ਕੋਲੋਂ 5 ਪਿਆਰਿਆਂ ਕੋਲੋਂ ਵਾਹਿਗੁਰੂ ਗੁਰੂ ਮੰਤਰ ਦੇ ਰੂਪ ਵਿੱਚ ਲੈ ਲੈਂਦੇ ਹਾਂ, ਗ੍ਰਹਿਣ ਕਰ ਲੈਂਦੇ, ਉਹ ਜਦੋਂ ਨਾਮ ਜਪਦੇ ਹਾਂ, ਫਿਰ ਬਾਣੀ ਪੜ੍ਹਦੇ ਹਾਂ, ਫਿਰ ਗੁਰਬਾਣੀ ਦੀ ਕਲਾ ਅੰਦਰ ਵਰਤਦੀ ਹੈ। ਗੁਰਬਾਣੀ ਦੇ ਅਰਥ, ਵਿਚਾਰ, ਡੂੰਘੇ ਰੰਗ, ਪ੍ਰੇਮ, ਉਹ ਸਾਰਾ ਫਿਰ ਅੰਦਰ ਵਰਤਦਾ, ਸਮਝ ਆਉਂਦਾ ਹੈ। ਮਹਾਰਾਜ ਆਪ ਆਪਣੀ ਗੁਰਬਾਣੀ ਨੂੰ ਖੋਲ੍ਹਦੇ ਨੇ। ਫਿਰ ਜਦੋਂ ਹੋਰ ਗੁਰਬਾਣੀ ਖੁੱਲ੍ਹਦੀ ਹੈ, ਫਿਰ ਹੋਰ ਨਾਮ ਜਪਦੇ ਹਾਂ, ਫਿਰ ਹੋਰ ਨਾਮ ਜਪਦੇ ਹਾਂ, ਫਿਰ ਗੁਰਬਾਣੀ ਅੰਦਰ ਹੋਰ ਡੂੰਘੇ ਲੈ ਜਾਂਦੀ ਹੈ। ਇੱਕ ਦੂਜੇ ਦੇ ਪੂਰਕ ਨੇ, ਗੁਰਬਾਣੀ ਤੇ ਨਾਮ ਇੱਕ ਦੂਜੇ ਦੇ ਪੂਰਕ ਨੇ। ਇਹ ਅੰਮ੍ਰਿਤ ਸਾਨੂੰ ਜੀਵਨ ਮੁਕਤ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ। ਤੇ ਇਹਦੇ ਵਿੱਚ ਅਸੀਂ ਨਾਮ ਜਿਹੜਾ ਹੈ ਉਹ ਗੁਰੂ ਪਾਸੋਂ, ਮੂਲ ਮੰਤਰ 5 ਪਿਆਰਿਆਂ ਪਾਸੋਂ ਲੈਣਾ ਹੈ, ਤਾਂ ਕਿ ਜ਼ਿੰਮੇਵਾਰੀ ਗੁਰੂ ਸਾਹਿਬ ਦੀ ਬਣ ਜਾਏ। ਡਾਕਟਰ ਕੋਲੋਂ ਦਵਾਈ ਲੈ ਕੇ ਆਉਂਦੇ ਹਾਂ ਠੀਕ ਹੋਣ ਵਾਸਤੇ, ਤੇ ਡਾਕਟਰ ਦੀ ਜ਼ਿੰਮੇਵਾਰੀ ਹੈ ਕਿ ਸਾਨੂੰ ਕੋਈ ਸਾਈਡ ਇਫੈਕਟ ਨਾ ਹੋਵੇ, ਤੇ ਡਾਕਟਰ ਦੀ ਜ਼ਿੰਮੇਵਾਰੀ ਹੈ ਸਾਨੂੰ ਠੀਕ ਕਰਨਾ। ਜੇ ਅਸੀਂ ਆਪਣੇ ਆਪ ਕੈਮਿਸਟ ਕੋਲੋਂ ਲੈ ਲੈਂਦੇ ਹਾਂ ਨਾ, ਕੋਈ ਸਾਈਡ ਇਫੈਕਟ ਹੁੰਦਾ ਤੇ ਕਿੱਥੇ ਨਹੀਂ ਜਾ ਸਕਦੇ, ਉਹਦੇ ਵਿੱਚ ਖਤਰਾ ਵੀ ਰਹਿੰਦਾ ਹੈ। ਖਤਰਾ ਰਹਿੰਦਾ ਨਾ, ਅਸੀਂ ਆਪਣੇ ਆਪ ਆਪਣੀ ਮਰਜ਼ੀ ਦੀ ਦਵਾਈ ਲਿੱਤੀ ਹੈ, ਲੇਕਿਨ ਜਦੋਂ ਡਾਕਟਰ ਕੋਲ ਲੈਂਦੇ ਹਾਂ ਤਾਂ ਫਿਰ ਵਿਸ਼ਵਾਸ ਵੀ ਹੁੰਦਾ ਹੈ ਤੇ ਖਤਰਾ ਵੀ ਕੋਈ ਨਹੀਂ ਰਹਿੰਦਾ।
इस करके सब ते वड्डा सतगुर नानक जिन कल राखी मेरी। जे सब तो वड्डे कलयुग दे जहाज अर्जन गुरु सगल सृष्ट लगबे तरो। जद महाराज ने आप ही दस दिता कि कलयुग दे जहाज अर्जन गुरु ने धन गुरु ग्रंथ साहब महाराज ने ते सारी सृष्टि ने उहदे विच चढ़ के ही तरना है, ते असीं पिछे क्यों रहीए। ਅਸੀਂ ਆਪਣੇ ਆਪ ਨੂੰ ਸਾਰੇ ਬਹੁਤ ਇੰਟੈਲੀਜੈਂਟ ਸਮਝਦੇ ਹਾਂ। ਇੰਟੈਲੀਜੈਂਸੀ ਤੇ ਤਾਂ ਹੀ ਜੇ ਕੋਈ ਹੋਰ ਬੂਆ ਨਾ ਖੜਕਾ ਕੇ ਉੱਚਤਮ ਦਰ ਤੇ ਬੈਠੇ ਹਾਂ, ਉੱਥੇ ਹੀ ਉਹਨਾਂ ਗੁਰੂ ਦਾ ਹੀ ਪ੍ਰਸਾਦ ਪਾਈਏ ਜਿੱਥੇ ਬੈਠੇ ਹਾਂ। ਤੇ ਮਹਾਰਾਜ ਕੀ ਕਰਦੇ ਨੇ, ਜਦੋਂ ਅਸੀਂ ਗੁਰੂ ਸਾਹਿਬ ਨੂੰ ਹੀ ਆਪਣਾ ਗੁਰੂ ਤੇ ਪਿਤਾ ਉਹ ਸ਼ਰਨ ਵਿੱਚ ਚਲੇ ਜਾਂਦੇ ਹਾਂ। ਮਹਾਰਾਜ ਤੇ ਇਹੀ ਕਹਿ ਰਹੇ ਨੇ ਕਿ ਬਸ ਇੱਕ ਵਾਰੀ ਆ ਕੇ ਮੈਨੂੰ ਕਹਿ ਦਿਓ ਕਿ ਮਹਾਰਾਜ ਤੁਸੀਂ ਮੇਰੇ ਪਿਤਾ ਹੋ, ਮਾਤਾ ਸਾਹਿਬ ਕੌਰ ਜੀ ਤੁਸੀਂ ਮੇਰੇ ਮਾਤਾ ਜੀ ਹੋ। महाराज कहते मैं तो 4 पुत्र वार दिते, किस पिछे, ये तुहानू सजाण लई, तुहाडे लई। महाराज ने की किया, 4 मुए तो क्या हुआ जब जीवत कई हजार। महाराज ने इन्नी बरकत रखी ते महाराज वो पुत्र वारे अपने। ਅਸੀਂ ਹੁਣ ਕਿਸੇ ਵੀ ਚੀਜ਼ ਦੀ ਵਾਰ ਨਾ ਕਰਦੇ ਹਾਂ, ਇੱਕ ਵਾਰੀ ਧਿਆਨ ਨਾਲ ਸੋਚੋ, ਪੈਸੇ ਵਾਰ ਕੇ ਆਪਣੇ ਪੁੱਤ ਉੱਪਰੋਂ ਦੇ ਦਿੰਦੇ ਆ ਕਿਸੇ ਨੂੰ, ਪੈਸਿਆਂ ਦਾ ਮੁੱਲ ਘੱਟ ਜਾਣਦੇ ਆ, ਜਿਹੜੀ ਵਾਰ ਕੇ ਚੀਜ਼ ਦੇਤੀ ਆਪਣੇ ਪੁੱਤਰ ਦਾ ਮੁੱਲ ਜ਼ਿਆਦਾ ਜਾਣਦੇ ਆ। ਤੇ ਮਹਾਰਾਜ ਨੇ ਕੀ ਕੀਤਾ, ਵਾਰੇ ਆਪਣੇ ਪੁੱਤਰ ਸਾਡੇ ਉੱਪਰੋਂ, ਆਪਣੇ ਜਾਏ ਪੁੱਤਰਾਂ ਦਾ। ਔਰ ਪੁੱਤਰ ਵੀ ਕਿਵੇਂ ਦੇ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਇਹ 4 ਪੁੱਤਰ ਅਨਮੋਲ ਪੁੱਤਰ, ਜਿਹੜੇ ਜਿਨ੍ਹਾਂ ਵਰਗਾ ਕੋਈ ਪੁੱਤਰ ਹੋਇਆ ਹੀ ਨਹੀਂ, ਉਹ 4 ਪੁੱਤਰ ਵਾਰੇ ਕਿਹਦੇ ਉੱਪਰੋਂ, ਸਾਡੇ ਉੱਪਰੋਂ। ਸਾਨੂੰ ਜ਼ਿਆਦਾ ਚੰਗਾ ਜਾਣਿਆ, ਜ਼ਿਆਦਾ ਮਹਿੰਗਾ ਜਾਣਿਆ, ਜ਼ਿਆਦਾ ਹੀ ਉਹ ਪਿਆਰ ਵਾਲੇ ਉਹਦੇ 'ਚ ਆ ਕੇ, ਆਪਣੇ ਦਇਆ ਦੇ ਸੁਭਾਅ 'ਚ ਆ ਕੇ ਮਹਾਰਾਜ ਨੇ ਉਹ ਪੁੱਤਰ ਵਾਰ ਦਿੱਤੇ। ਤੇ ਮਹਾਰਾਜ ਨੇ ਫਿਰ ਕੀ ਕਿਹਾ ਕਿ ਬਈ ਤੁਸੀਂ ਮੈਨੂੰ ਆਪਣਾ ਪਿਤਾ ਕਹੋ, ਇੰਨਾ ਹੀ ਤੇ ਚਾਹ ਰਹੇ ਨੇ। ਤੇ ਉਹ ਪਿਤਾ ਅਸੀਂ ਕਦੋਂ ਕਵਾਂਗੇ, ਕਦੋਂ ਬਣਾਂਗੇ, ਜਦੋਂ ਉਹਨਾਂ ਦੇ ਨਾਦੀ ਪੁੱਤਰ ਬਣਾਂਗੇ। ਜਦੋਂ ਖੰਡੇ ਦੀ ਧਾਰ ਵਿੱਚੋਂ ਜਦੋਂ ਨਾਮ ਦਾ ਖੰਡਾ ਫੇਰਣਗੇ 5 ਪਿਆਰੇ, ਤੇ ਉਹਦੇ ਵਿੱਚੋਂ ਸਾਨੂੰ ਫਿਰ ਚੁੱਲ੍ਹਾ ਪਲਾਣਗੇ, 5 ਚੁੱਲ੍ਹੇ ਸਾਡੇ ਨੇਤਰਾਂ 'ਚ ਪਾਣਗੇ, ਸਾਡੇ ਸੀਸ ਵਿੱਚ ਪਾਣਗੇ। ਤੇ ਉਹ ਜਦੋਂ ਅੰਦਰ ਵਾਹਿਗੁਰੂ ਨਾਮ ਦੀ ਬਰਕਤ ਪਾਣਗੇ, 5 ਬਾਣੀਆਂ ਦੀ ਬਰਕਤ ਪਾਣਗੇ, 5 ਕਕਾਰਾਂ ਦੀ ਸਾਨੂੰ ਰਹਿਤ ਬਖਸ਼ਿਸ਼ ਕਰਨਗੇ, ਤੇ ਅਸੀਂ ਮਹਾਰਾਜ ਦੇ ਨਾਦੀ ਪੁੱਤਰ ਨਾਦੀ ਧੀਆਂ ਬਣ ਜਾਵਾਂਗੀਆਂ। ਤੇ ਫਿਰ ਅਸੀਂ ਉਸ ਮਹਾਨ ਖਾਨਦਾਨ ਦਾ ਹਿੱਸਾ ਬਣ ਜਾਵਾਂਗੇ। ਸਿਰਫ ਇਹ 10ਵੇਂ ਜਾਮੇ 'ਚ ਨਹੀਂ, ਅਸੀਂ ਕੱਲ ਵਿਚਾਰ ਕੀਤੀ, ਪਹਿਲੇ ਜਾਮੇ ਤੋਂ ਹੀ ਮਹਾਰਾਜ ਚਰਨ ਬੋਲ ਦਿੰਦੇ ਆ ਰਹੇ ਸੀ। ਤੇ ਗੁਰਬਾਣੀ ਗੁਰੂ ਵੀ ਕੀ ਕਹਿੰਦੇ ਨੇ, ਹਰ ਨਾਮੋ ਮੰਤਰ ਦ੍ਰਿੜਾਇਤਾ ਕੱਟੇ ਹੋਮੇ ਰੋਗ। ਤੇ ਹੋਮੇ ਦਾ ਰੋਗ ਕੱਟਣ ਵਾਸਤੇ ਗੁਰੂ ਸਾਹਿਬ ਕੀ ਕਰਦੇ ਨੇ, ਹਰੀ ਦੇ ਨਾਮ ਦਾ ਜਿਹੜਾ ਮੰਤਰ ਹੈ ਉਹ ਦ੍ਰਿੜ ਕਰਵਾਉਂਦੇ ਨੇ। ਤੇ ਮੰਤਰ ਜਿਹੜਾ ਹਰੀ ਦੇ ਨਾਮ ਤੋਂ ਦ੍ਰਿੜ ਤਾਂ ਹੋਏਗਾ ਜੇ ਅਸੀਂ ਵਾਹਿਗੁਰੂ ਮੰਤਰ ਲਿੱਤਾ ਹੋਏਗਾ ਮਹਾਰਾਜ ਕੋਲੋਂ। ਕਹੋ ਨਾਨਕ, ਜਦੋਂ ਅਸੀਂ ਕਹਿੰਦੇ ਹਾਂ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰਮੰਤ ਤੇ ਲੈਣਾ ਪਏਗਾ ਨਾ ਜੀ ਜਪਣ ਲਈ। ਇੱਕ ਗੱਲ ਹੋਰ ਧਿਆਨ ਵਿੱਚ ਰੱਖੋ, ਮਹਾਰਾਜ ਨੇ ਇਹ ਖਾਲਸਾ ਸਜਾਉਣ ਲਈ, ਇਹ ਪੰਥ ਨੂੰ ਸਾਜਣ ਲਈ, ਖਾਲਸੇ ਦਾ ਜਿਹੜਾ ਹੈ ਸਾਜਣਾ ਦਿਵਸ ਤੇ ਹੈ, ਪਰ ਮਰਨ ਦਿਵਸ ਕੋਈ ਨਹੀਂ। ਪ੍ਰਗਟ ਕੀਤਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਨੇ ਆਪਣੀ ਮੌਜ ਵਿੱਚ, ਆਨੰਦ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ ਆ ਕੇ ਜਦੋਂ ਬਹੁਤ ਹੀ ਪ੍ਰਸੰਨਚਿਤ ਹੋਏ ਤੇ ਖਾਲਸਾ ਨੂੰ ਪ੍ਰਗਟ ਕਰਤਾ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਜਦੋਂ ਖਾਲਸਾ ਪ੍ਰਗਟ ਕੀਤਾ ਤੇ ਇਹਨੂੰ ਫਿਰ ਮਰਿਆਦਾ ਵੀ ਦਿੱਤੀ। ਕਿਉਂ? ਖਾਲਸਾ ਕਾਲ ਪੁਰਖ ਕੀ ਫੌਜ, ਜਿਹੜੀ ਫੌਜ ਹੁੰਦੀ ਉਹ ਮਰਿਆਦਾ ਵਿੱਚ ਰਹਿੰਦੀ ਹੈ। ਤੇ ਮਰਿਆਦਾ ਸਾਨੂੰ ਕਿਹੜੀ ਦਿੱਤੀ? 4 ਰਹਿਤਾਂ, 4 ਕੁਰਹਿਤਾਂ, ਇਹ ਸਾਨੂੰ ਮਰਿਆਦਾ ਬਖਸ਼ਿਸ਼ ਕੀਤੀ। ਅਗਰ ਅਸੀਂ ਮਰਿਆਦਾ ਵਿੱਚ, ਡਿਸਿਪਲਿਨ ਵਿੱਚ ਰਹਿੰਦੇ ਹਾਂ ਤੇ ਮਹਾਰਾਜ ਨੇ ਬਰਕਤਾਂ ਰੱਖੀਆਂ। ਕਿਉਂ? ਕਿਉਂਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਅੰਦਰੋਂ ਨਿਰਮਲ ਰਹਿਣ ਵਾਸਤੇ ਬਾਹਰੋਂ ਵੀ ਨਿਰਮਲਤਾ ਚਾਹੀਦੀ ਹੈ। ਇਹ ਜਿਹੜੇ ਅਸੀਂ ਮਨ ਦਾ ਵਿਚਾਰ ਬਣਾ ਲੈਂਦੇ ਨਾ, ਅਸੀਂ ਅੰਦਰੋਂ ਨਿਰਮਲ ਆ, ਸਾਨੂੰ ਬਾਹਰੋਂ ਬਾਣਾ ਪਾਉਣ ਦੀ, ਬਾਹਰੋਂ ਕਕਾਰ ਧਾਰਨ ਕਰਨ ਦੀ ਲੋੜ ਨਹੀਂ। ਇਹ ਆਪਣੇ ਮਨ ਦਾ ਹੀ ਬਸ ਅੜਚਨ ਹੁੰਦੀ ਹੈ। ਅਸੀਂ ਇਸ ਗੱਲ ਨੂੰ ਜਾਣ ਹੀ ਨਹੀਂ ਰਹੇ ਹੁੰਦੇ। ਅਗਰ ਅਸੀਂ ਬਾਹਰੋਂ ਧਾਰਨ ਨਹੀਂ ਕਰ ਸਕਦੇ ਤੇ ਯਕੀਨ ਕਰੋ ਅੰਦਰੋਂ ਵੀ ਅਸੀਂ ਨਿਰਮਲ ਨਹੀਂ ਹਾਂ। ਅਸੀਂ ਆਪਣੇ ਮਨ ਨੂੰ ਸਮਝਾਉਣ ਲਈ, ਬਸ ਆਪਣੇ ਗਿਲਟ ਨੂੰ ਘੱਟ ਕਰਨ ਲਈ ਇਹ ਮੰਨ ਲਿੱਤਾ ਕਿ ਅਸੀਂ ਅੰਦਰੋਂ ਨਿਰਮਲ ਹਾਂ। ਜੇ ਅਸੀਂ ਅੰਦਰੋਂ ਨਿਰਮਲ ਹਾਂ, ਅਸੀਂ ਗੁਰੂ ਸਾਹਿਬ ਅੱਗੇ ਸੱਚਮੁੱਚ ਮੱਥਾ ਟੇਕਦੇ ਹਾਂ, ਝੁਕਦੇ ਹਾਂ, ਤੇ ਫਿਰ ਸਾਨੂੰ ਅੜਚਨ ਕੀ ਹੈ ਗੁਰੂ ਸਾਹਿਬ ਦਾ ਕਹਿਣਾ ਮੰਨਣ ਵਿੱਚ। ਅਸੀਂ ਅੱਜ ਸੋਚੀਏ ਅਗਰ ਇਸ ਗੱਲ ਨੂੰ, ਅਸੀਂ ਲਿਵ ਇਨ ਰਿਲੇਸ਼ਨਸ਼ਿਪ ਨੂੰ ਜ਼ਿਆਦਾ ਚੰਗਾ ਮੰਨਦੇ ਹਾਂ
ਜਾਂ ਅਸੀਂ ਪੂਰਾ ਆਨੰਦ ਕਾਰਜ ਕਰਕੇ ਰਹਿਣ ਵਿੱਚ ਜ਼ਿਆਦਾ ਚੰਗਾ ਸਮਝਦੇ ਤੇ ਇੱਜ਼ਤ ਸਮਝਦੇ ਹਾਂ ਆਪਣੀ, ਉਹਦੇ ਵਿੱਚ ਤੇ ਕਦੀ ਵੀ ਛੋੜ ਦੇਣਾ ਹੈ। ਇਹਦੇ ਵਿੱਚ ਤੇ ਹੈਗਾ ਨਾ ਕਿ ਬਈ ਸਾਡਾ ਜਿਹੜਾ ਆਨੰਦ ਕਾਰਜ ਹੋਇਆ ਮਹਾਰਾਜ ਦੀ ਹਜ਼ੂਰੀ ਵਿੱਚ, ਸਾਰੇ ਸਾਡੇ ਨਾਲ ਨੇ, ਇਹਦੇ 'ਚ ਕਿੰਨੀ ਅਸੀਂ ਆਪਣੀ ਇੱਜ਼ਤ ਸਮਝਦੇ ਹਾਂ। ਜਦੋਂ ਅਸੀਂ ਅੰਦਰੋਂ ਨਿਰਮਲ ਹਾਂ ਤੇ ਸਾਨੂੰ ਗੁਰੂ ਸਾਹਿਬ ਦੀ ਦਿੱਤੀ ਰਹਿਤ ਮਰਿਆਦਾ ਨੂੰ ਧਾਰਨ ਕਰਨ ਵਿੱਚ ਕੋਈ ਅੜਚਨ ਨਹੀਂ ਹੁੰਦੀ, ਅਗਰ ਵਾਕਈ ਅੰਦਰੋਂ ਨਿਰਮਲ ਹਾਂ। ਕਿਉਂ? ਅਗਰ ਸਾਡੇ ਅੰਦਰ ਪਿਆਰ ਹੈ ਗੁਰੂ ਸਾਹਿਬ ਵਾਸਤੇ ਤੇ ਅਸੀਂ ਉਸ ਅੜਚਨ ਨੂੰ ਪਾਰ ਕਰ ਲਵਾਂਗੇ। ਜੋ ਸਾਨੂੰ ਅੜਚਨ ਲੱਗ ਰਹੀ ਹੈ, ਸਾਡੇ ਪਿਆਰ ਵਿੱਚ ਥੋੜੀ ਜਿਹੀ ਕਿੱਥੇ ਕਮੀ ਹੁੰਦੀ ਹੈ, ਇਹਨੂੰ ਅਸੀਂ ਪਿਆਰ ਨੂੰ ਵਧਾਉਣਾ ਹੈ। ਬਾਣੀ ਪੜ੍ਹ ਕੇ ਮਹਾਰਾਜ ਅੱਗੇ ਬੇਨਤੀ ਕਰਕੇ, ਮਹਾਰਾਜ ਨੂੰ ਮਿੰਨਤਾਂ ਤਰਲੇ ਪਾ ਕੇ ਕਿ ਮਹਾਰਾਜ ਮੈਂ ਡਰਦੀ ਹਾਂ, ਮੇਰੇ ਕੋਲ ਇਹ ਰਹਿਤ ਨਹੀਂ ਹੁੰਦੀ, ਮੈਂ ਘਬਰਾਉਂਦਾ ਮਹਾਰਾਜ ਮੇਰੇ ਕੋਲ ਇਹ ਰਹਿਤ ਰੱਖੀ ਨਹੀਂ ਜਾਏਗੀ, ਆਪ ਜੀ ਕਿਰਪਾ ਕਰੋ। ਤੇ ਮਹਾਰਾਜ ਕਿਰਪਾ ਨਹੀਂ ਕਰਨਗੇ ਕਿਆ? ਮਹਾਰਾਜ ਤੇ ਚਾਹੁੰਦੇ ਹੀ ਆਈ ਨੇ ਕਿ ਸਿੰਘ ਸੱਜੋ ਕੋਰ ਸੱਜੋ, ਮਹਾਰਾਜ ਕਿਰਪਾ ਕਰਨਗੇ। ਇਹ ਦਾਤ ਤੇ ਕੋਈ ਵਿਰਲਾ ਆ ਕੇ ਮੰਗਦਾ ਹੈ। ਜੇ ਮਹਾਰਾਜ ਕੋਲ ਮੰਗਾਂਗੇ ਕਿ ਮੈਨੂੰ ਇਹ ਡਰ ਹੈ ਅੰਦਰ ਕਿ ਮੈਂ ਕਰ ਨਹੀਂ ਪਾਵਾਂਗਾ ਜਾਂ ਮੈਂ ਕਰ ਨਹੀਂ ਪਾਵਾਂਗੀ, ਤੇ ਮਹਾਰਾਜ ਕਿਰਪਾ ਕਰਨਗੇ। ਜੇ ਪਹਿਲੇ ਮੰਨੀਏ ਤੇ ਸਹੀ ਨਾ ਕਿ ਸਾਡੇ ਕੋਲ ਇਹ ਚੀਜ਼ ਹੋਣੀ ਨਹੀਂ ਹੈ। ਤੇ ਜਦੋਂ ਅਸੀਂ ਹੁੰਦੇ ਹਾਂ ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ, ਸਤਿਗੁਰੂ ਤੇ ਕਰਨੀ ਕਮਾਣੀ। ਤੇ ਜਦੋਂ ਇਹ ਕਮਾਈ ਕਰਾਂਗੇ ਰਹਿਤ ਮਰਿਆਦਾ ਦੀ, ਤੇ ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਫਿਰ ਸਾਨੂੰ ਜਿਹੜੀ ਕੂੜ ਝੂਠਿਆਂ ਦੀ ਜਿਹੜੀ ਮਿੱਥਿਆ ਹੈਗੀ ਏ, ਜਿਹੜੇ ਵਿਕਾਰਾਂ ਦੀ ਮੈਲ ਆ ਕੇ ਚਿਮੜੇ ਗਈ ਨੇ, ਅਸੀਂ ਡਿਸਿਪਲਿਨ 'ਚ ਹਾਂ, ਅਸੀਂ ਰਹਿਤ ਮਰਿਆਦਾ 'ਚ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਸਾਡੀ ਜਿਹੜੀ ਆਤਮ ਹੈ ਉਸ ਸੱਚ ਵਿੱਚ ਪਰਮਾਤਮਾ ਵੀ ਸਮਾਏਗੀ, ਮਨਸਾ ਸੱਚ ਸਮਾਣੀ। ਇਹ ਜਦੋਂ ਸੀੜੀਆਂ ਅਸੀਂ ਚੜਾਂਗੇ ਤਾਂ ਜੇ ਅਸੀਂ ਸ਼ੁਰੂਆਤ ਕਰਾਂਗੇ। ਸਾਨੂੰ ਗੁਰੂ ਸਾਹਿਬ ਕੋਲੋਂ ਸ਼ਰਨ ਵਿੱਚ ਆ ਕੇ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਸ਼ੁਰੂਆਤ ਹੋਏਗੀ। ਤਾਂ ਜੇ ਸਕੂਲ 'ਚ ਐਡਮਿਸ਼ਨ ਲਵਾਂਗੇ, ਇਹ ਮੰਨੋ ਕਿ ਐਡਮਿਸ਼ਨ ਲੈਣਾ ਜ਼ਰੂਰੀ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਮੁਬਾਰਕ ਹੈ, ਉਹਨਾਂ ਨੂੰ ਕਦੀ ਵੀ ਆਪਣੇ ਹੋਮੇ 'ਚ ਨਹੀਂ ਆਉਣਾ ਚਾਹੀਦਾ ਕਿ ਅਸੀਂ ਦਾਤ ਲਈ ਹੋਈ ਹੈ, ਕਿਉਂਕਿ ਗੁਰੂ ਨਾਲ ਲੱਗੇ ਹੋਏ ਹਾਂ, ਗੁਰੂ ਵਾਲੇ ਹਾਂ। ਇਹਦੇ 'ਚ ਕਬੀਰ ਜੀ ਦੀ ਬਾਣੀ ਕਹਿੰਦੀ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ, ਕਹੋ ਕਬੀਰ ਗੁਰ ਲਾਗਾ ਜਾਣੀਏ, ਮਿਟੇ ਮੋਹ ਤਨ ਤਾਪ। ਜਦੋਂ ਸਾਡੇ ਮਨ 'ਚੋਂ ਮੋਹ ਮਿਟ ਗਿਆ ਤੇ ਤਨ ਦੇ ਤਾਪ ਨੇ ਜਿਹੜੇ ਹੈ, ਕਾਮ ਕ੍ਰੋਧ ਲੋਭ ਮੋਹ ਵਿਕਾਰ ਨੇ ਚਿਪਕੇ ਹੁੰਦੇ ਨੇ, ਇਹ ਹਟ ਗਏ ਨੇ, ਤਾਂ ਜਾਣੋ ਕਿ ਇਹ ਗੁਰੂ ਵਾਲਾ ਬਣ ਗਿਆ ਸੱਚੇ ਅਰਥਾਂ 'ਚ। ਅਸੀਂ ਸਿੰਘ ਤੇ ਕੋਰ ਸੱਜਾਂਗੇ ਔਰ ਖਾਲਸੇ ਦੇ ਸਕੂਲ 'ਚ ਐਡਮਿਸ਼ਨ ਹੋ ਜਾਏਗਾ ਕਿ ਅਸੀਂ ਖਾਲਸਾ ਸ਼ੁੱਧ ਸਰੂਪ ਪੂਰਾ ਹੋਣਾ ਹੈ। ਜਦੋਂ ਅਸੀਂ ਸਕੂਲ 'ਚ ਐਡਮਿਸ਼ਨ ਲੈਂਦੇ ਹਾਂ, ਕੋਈ ਨਰਸਰੀ ਕਲਾਸ 'ਚ, ਕੋਈ KG 'ਚ, ਕੋਈ ਫਸਟ ਵਿੱਚ। ਦੇਖੋ ਜਿਵੇਂ ਜਿਵੇਂ ਥੋੜੀ ਵੱਡੀ ਕਲਾਸ ਆਉਂਦੀ ਹੈ ਨਾ, ਤਿਵੇਂ ਸਾਡਾ ਜਦੋਂ ਉੱਪਰ ਚੜ੍ਹਦੇ ਹਾਂ ਤੇ ਜ਼ੋਰ ਵੀ ਜ਼ਿਆਦਾ ਲੱਗਦਾ ਤੇ ਸਾਨੂੰ ਘਬਰਾਹਟ ਵੀ ਹੁੰਦੀ ਹੈ, ਸਾਡੀ ਤਾਂ ਕੰਪਾਰਟਮੈਂਟ ਵੀ ਆ ਸਕਦੀ, ਕਦੀ ਕੋਈ ਭੁੱਲ ਵੀ ਹੋ ਸਕਦੀ ਹੈ। ਮਹਾਰਾਜ ਕੋਲ ਫਿਰ ਬੇਨਤੀਆਂ ਕਰਨੀਆਂ ਨੇ ਤੇ ਕੋਈ ਪੁਆਇੰਟਾਂ ਦਾ ਵੀ ਪਾਸ ਹੋ ਸਕਦਾ ਹੈ। ਬਸ ਕਰਦੇ ਜਰਾ ਸਰਕਦੇ ਬਚਦੇ ਨਿਕਲ ਗਿਆ। ਉਹ ਜਿਹੜੇ ਵਿਕਾਰ ਆਏ, ਜਦੋਂ ਸਾਡਾ ਕੋਈ ਪਰਚਾ ਪੈ ਗਿਆ, ਤੇ ਕੋਈ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਹੈ, ਕੋਈ ਫਸਟ ਡਿਵੀਜ਼ਨ ਨਾਲ ਪਾਸ ਹੁੰਦਾ ਹੈ, ਕੋਈ ਮੈਰਿਟ ਨਾਲ, ਕੋਈ ਗੋਲਡ ਮੈਡਲਿਸਟ ਵੀ ਹੁੰਦਾ ਹੈ। ਸਾਰੇ ਤਰ੍ਹਾਂ ਦੇ ਸਟੂਡੈਂਟ ਹੁੰਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਖਾਲਸਾ ਬਣਨ ਦੀ ਸਕੂਲ ਵਿੱਚ ਐਡਮਿਸ਼ਨ ਲੈ ਲੈਂਦੇ ਹਾਂ, ਸਿੰਘ ਸੱਜ ਕੇ ਕੋਰ ਸੱਜ ਕੇ, ਹੁਣ ਅਸੀਂ ਖਾਲਸਾ ਤੱਕ ਪਹੁੰਚਣਾ ਹੈ, ਬਿਲਕੁਲ ਸ਼ੁੱਧ ਸਰੂਪ, ਜੋ ਪਰਮਾਤਮਾ ਦਾ ਆਪਣਾ ਸਰੂਪ ਹੈ, ਜੋ ਗੁਰੂ ਸਾਹਿਬ ਦਾ ਆਪਣਾ ਸਰੂਪ ਹੈ, ਜਿਹਦੇ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਵਿੱਚ, ਮੇਰੇ ਵਿੱਚ ਤੇ ਖਾਲਸੇ ਵਿੱਚ ਕੋਈ ਭੇਦ ਹੀ ਨਹੀਂ ਹੈ। ਉਸ ਸੀੜੀ ਤੱਕ ਪਹੁੰਚਣ ਲਈ ਸਾਨੂੰ ਕਈ ਕਲਾਸਾਂ ਤੈਅ ਕਰਨੀਆਂ ਨੇ। ਇਸ ਕਰਕੇ ਸਾਨੂੰ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਿੱਤੀ ਮੁਬਾਰਕ ਹੈ, ਪਰ ਸਕੂਲ ਵਿੱਚ ਹੈਗੇ ਨੇ, ਉਹ ਪੜ੍ਹਦੇ ਪਏ, ਤੇ ਜਿਨ੍ਹਾਂ ਨੇ ਦਾਤ ਨਹੀਂ ਲਿੱਤੀ ਉਹਨਾਂ ਨੂੰ ਦਾਤ ਲੈਣੀ ਜ਼ਰੂਰੀ ਕਿ ਅਸੀਂ ਵੀ ਸਕੂਲ 'ਚ ਐਡਮਿਸ਼ਨ ਤੇ ਲਈਏ ਕਮ ਸੇ ਕਮ। ਤੇ ਜਿਨ੍ਹਾਂ ਨੇ ਦਾਤ ਲਿੱਤੀ ਹੋਈ ਹੈ, ਜੇ ਉਹਨਾਂ ਕੋਲ ਕੋਈ ਗਲਤੀ ਹੋ ਰਹੀ ਹੈ, ਜਿਨ੍ਹਾਂ ਨੇ ਦਾਤ ਨਹੀਂ ਲਿੱਤੀ ਹੋਈ, ਉਹਨਾਂ ਦਾ ਜੀਵਨ ਦੇਖ ਕੇ ਘਬਰਾਓ ਨਾ ਕਿ ਉਹਨੇ ਦਾਤ ਲਿੱਤੀ ਹੈ, ਉਹਨੇ ਕਿਹੜਾ ਤੀਰ ਮਾਰ ਦਿੱਤਾ ਹੈ, ਉਹਨੇ ਕਿਹੜਾ ਕੁਝ ਕਰ ਲਿੱਤਾ ਹੈ, ਜਾਂ ਉੱਤੇ ਗਾਤਰਾ ਪਾ ਕੇ ਐਵੇਂ ਦੇ ਕਰਮ ਕਰਦੇ ਨੇ। ਨਹੀਂ, ਐਵੇਂ ਦੀ ਗੱਲਾਂ ਅਸੀਂ ਨਹੀਂ ਕਰਨੀਆਂ, ਅਸੀਂ ਨਿੰਦਾ ਨਹੀਂ ਕਰਨੀ, ਅਸੀਂ ਕਿਸੇ ਦਾ ਮਲ ਮੂਤਰ ਸਾਫ਼ ਨਹੀਂ ਕਰਨਾ ਆਪਣੀ ਜੀਭ ਨਾਲ। ਜਦੋਂ ਨਿੰਦਾ ਕਰਦੇ ਹਾਂ ਤੇ ਮਲ ਮੂਤਰ ਸਾਫ਼ ਕਰਦੇ ਹਾਂ, ਉਹ ਵੀ ਫਿਰ ਗੁਰੂ ਸਾਹਿਬ ਦੇ ਕਕਾਰਾਂ ਦਾ ਨਾਮ ਲੈ ਕੇ, ਸਿੱਖੀ ਦੇ ਸਕੂਲ ਦਾ ਨਾਮ ਲੈ ਕੇ। ਅਸੀਂ ਇਹ ਵੱਡਾ ਭਾਰੀ ਪਾਪ ਕਰਮ ਬਿਲਕੁਲ ਨਹੀਂ ਕਰਨਾ। ਜੇ ਸਾਡੀ ਅਵਸਥਾ ਐਵੇਂ ਦੀ ਹੈ ਕਿ ਅਸੀਂ ਉਹ ਪਾਪ ਕਰਮ ਤੋਂ ਉੱਪਰ ਹਾਂ,
ਤੇ ਉਸ ਪਿਆਰੇ ਭਰਾ ਨੂੰ ਤੇ ਭੈਣ ਨੂੰ ਅਸੀਂ ਪਿਆਰ ਨਾਲ ਇਕੱਲੇ ਵਿੱਚ ਸਮਝਾ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਮਹਾਰਾਜ ਦੀ ਨਿਸ਼ਾਨੀਆਂ ਧਾਰਨ ਕੀਤੀਆਂ ਨੇ, ਐਵੇਂ ਦਾ ਜੀਵਨ ਸੋਭਦਾ ਨਹੀਂ ਹੈ। ਜੇ ਸਾਡੀ ਆਪਣੀ ਅਵਸਥਾ ਨਹੀਂ ਹੈ ਤੇ ਫਿਰ ਅਰਦਾਸ ਬੇਨਤੀ ਕਰਨੀ ਹੁੰਦੀ ਹੈ ਮੂਲ ਮੰਤਰ ਦਾ ਪਾਠ ਕਰਕੇ ਜਾਂ ਬਾਣੀ ਦਾ ਕੋਈ ਪਾਠ ਕਰਕੇ ਕਿ ਮਹਾਰਾਜ ਇਹਨੂੰ ਵੀ ਸਮਤ ਬਖਸ਼ੋ ਤੇ ਮੈਨੂੰ ਵੀ ਸਮਤ ਬਖਸ਼ੋ, ਮੈਨੂੰ ਵੀ ਚੜ੍ਹਦੀ ਕਲਾ ਬਖਸ਼ੋ, ਮੈਂ ਵੀ ਇਸ ਚੀਜ਼ ਤੋਂ ਪਾਰ ਹੋ ਜਾਵਾਂ, ਜਿਵੇਂ ਦਾ ਇਹ ਕਰਮ ਕਰਦਾ ਹੋਵੇ ਮੈਂ ਵੀ ਕਰਦੇ ਹਾਂ, ਪਰ ਮੈਂ ਵੀ ਪਾਰ ਹੋਵਾਂ ਤੇ ਇਹ ਵੀ ਪਾਰ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਐਵੇਂ ਦੇ ਸਕੂਲ 'ਚ ਐਡਮਿਸ਼ਨ ਲੈਣਾ ਹੈ ਔਰ ਐਵੇਂ ਦੇ ਹੀ ਕੰਮ ਕਰਨੇ ਨੇ। ਜਦੋਂ ਅਸੀਂ ਮਹਾਰਾਜ ਦੇ ਸਕੂਲ ਵਿੱਚ ਐਡਮਿਸ਼ਨ ਲਵਾਂਗੇ ਤੇ ਸਾਨੂੰ ਫਿਰ 5 ਕਕਾਰਾਂ ਦੀ ਰਹਿਤ ਮਿਲੇਗੀ ਕਿ ਇਹ 5 ਕਕਾਰ ਤੁਸੀਂ ਕਦੀ ਆਪਣੇ ਸਰੀਰ ਤੋਂ ਵੱਖਰੇ ਨਹੀਂ ਕਰਨੇ। ਕਿ ਮਹਾਰਾਜ ਨੇ ਇੱਕ ਨਿਸ਼ਾਨੀਆਂ ਦੇ ਦਿੱਤੀਆਂ, ਆਪਣੀ ਮੋਹਰ ਦੇ ਦਿੱਤੀ, ਆਪਣਾ ਨਾਮ ਦੇ ਦਿੱਤਾ। ਇੱਕ ਨਾਮ ਲੈਣਾ ਨਾ ਮਹਾਰਾਜ ਦਾ। ਜਿਹੜੇ ਬੱਚੇ ਦੇ ਕੋਲ ਆਪਣੇ ਪਿਤਾ ਦਾ ਮਾਂ ਦਾ ਨਾਮ ਨਹੀਂ ਹੁੰਦਾ ਉਹਦਾ ਕੀ ਹਸ਼ਰ ਹੁੰਦਾ ਹੈ, ਜਿਹਦੇ ਕੋਲ ਨਾਮ ਹੁੰਦਾ ਹੈ ਉਹਦੇ ਕੋਲ ਕਿੰਨੀਆਂ ਬਰਕਤਾਂ ਹੁੰਦੀਆਂ ਨੇ। ਅਸੀਂ ਗੁਰੂ ਸਾਹਿਬਾਂ ਕੋਲੋਂ ਉਹਨਾਂ ਦਾ ਨਾਮ ਲੈ ਲੈਣਾ। ਫਿਰ ਕੀ ਹੁੰਦਾ ਹੈ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਭੋਜਲ ਬਿਕਮਸ ਗਾਓ ਗੁਰ ਸਬਦੀ ਪਾਰ ਪਾਏ। ਫਿਰ ਮਹਾਰਾਜ ਦਾ ਨਾਮ ਸੁਣ ਕੇ ਮੋਹਰ ਵੇਖ ਕੇ ਸਾਡੇ ਸਰੀਰ ਉੱਪਰ ਜਿਹੜੇ ਜਮ ਦੇ ਦੂਤ ਨੇ ਉਹ ਫਿਰ ਨੇੜੇ ਨਹੀਂ ਆਉਂਦੇ। ਜਮ ਦੇ ਦੂਤ ਸਿਰਫ ਉਹੀ ਨਾ ਜਾਣੋ ਜਿਹੜੇ ਮਰਨ ਦੇ ਨੇੜੇ ਆਣਗੇ, ਜਿਹੜਾ ਸਰੀਰ ਨਹੀਂ ਰਹੇਗਾ। ਉਹ ਵੀ ਜਮ ਦੇ ਦੂਤ ਨੇ ਜਿਹੜੇ ਚਿੰਤਾ ਦੇ ਰੋਗ ਹੁੰਦੇ ਨੇ, ਉਹ ਵੀ ਜਮ ਦੇ ਦੂਤ ਨੇ ਜਿਹੜੇ ਬਿਮਾਰੀਆਂ ਪੈਦਾ ਕਰਦੇ ਨੇ। ਇਹ ਸਾਰੇ ਦੂਤ ਤੇਰਾ ਨਾਂ ਸੁਣ ਕੇ ਮਹਾਰਾਜ ਨੇੜੇ ਨਹੀਂ ਆਉਂਦੇ। ਫਿਰ ਉਹ ਚੜ੍ਹਦੀ ਕਲਾ ਅੰਦਰ ਰਹਿੰਦੀ ਹੈ। ਮਹਾਰਾਜ ਆਪਣੀ ਬਰਕਤ ਉਹ ਦਿੰਦੇ ਨੇ ਕਿ ਇਹ ਸਭ ਚੀਜ਼ਾਂ ਛੂਹ ਨਹੀਂ ਸਕਦੀਆਂ। ਫਿਰ ਅਸੀਂ ਕਿਉਂ ਨਹੀਂ ਛੂੰਦੀਆਂ? ਕਿਉਂਕਿ ਵਾਸੀ ਕਿੱਥੇ ਦੇ ਆ? ਅਨੰਦਪੁਰ ਸਾਹਿਬ ਦੇ। ਅਨੰਦਪੁਰ ਸਾਹਿਬ ਜਾ ਕੇ ਵਸਣਾ ਐ ਨਹੀਂ ਕਿ ਉਸ ਏਰੀਏ ਵਿੱਚ ਤੁਸੀਂ ਫਿਜ਼ੀਕਲੀ ਜਾ ਕੇ ਵਸਣਾ, ਨਹੀਂ, ਉਸ ਚੜ੍ਹਦੀ ਕਲਾ ਵਿੱਚ, ਖੇੜੇ ਵਿੱਚ ਹਰ ਸਮੇਂ ਆਨੰਦ ਵਿੱਚ ਰਹਿਣਾ। ਅਨੰਦਪੁਰ ਸਾਹਿਬ ਦੇ ਅਸੀਂ ਵਾਸੀ ਬਣ ਜਾਂਦੇ ਹਾਂ। ਤੇ ਮਹਾਰਾਜ ਜਿਹੜੇ 5 ਕਕਾਰਾਂ ਦੀ ਸਾਨੂੰ ਰਹਿਤ ਬਖਸ਼ਿਸ਼ ਕਰਨਗੇ, ਉਹ 5 ਕਕਾਰਾਂ ਦੇ ਅਸੀਂ ਹੁਣ ਮਹਾਤਮ ਦੇ ਦਰਸ਼ਨ ਕਰਦੇ ਹਾਂ। ਪਹਿਲਾ ਜਿਹੜਾ ਕਕਾਰ ਹੈ, ਮਹਾਰਾਜ ਨੇ ਕਿਹੜਾ ਬਖਸ਼ਿਸ਼ ਕੀਤਾ? ਕੇਸ ਗੁਰੂ ਕੀ ਮੋਹਰ। ਕੇਸ ਤੇ ਕੇਸਕੀ ਲੈ ਲਓ ਵੀ ਇੱਕ ਜਿਹੜੀ ਕੇਸਾਂ ਦੀ ਸੰਭਾਲ ਕਰਨ ਵਾਸਤੇ ਕੇਸਕੀ ਜਾਂ ਦਸਤਾਰ ਜਾਂ ਪਗੜੀ, ਜੋ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ, ਠੀਕ ਹੈ। ਇਹਨੂੰ ਕੇਸਕੀ ਵੀ ਕਹਿੰਦੇ ਨੇ, ਕੇਸਗੀ ਵੀ ਕਹਿੰਦੇ ਨੇ, ਦੁਮਾਲਾ ਵੀ ਕਹਿੰਦੇ ਆ, ਪਗੜੀ ਵੀ ਕਹਿੰਦੇ ਆ, ਹੋਰ ਵੀ ਅਸੀਂ ਛੋਟੇ ਨਾਮ ਕਈ ਨਾਲ ਸੰਬੋਧਿਤ ਕਰ ਲੈਂਦੇ ਹਾਂ। ਕੇਸਾਂ ਦੀ ਜਿਹੜੀ ਮੋਹਰ ਹੈ ਉਹ ਸਾਡੇ ਸਰੀਰ ਉੱਪਰ ਹੋਣੀ ਚਾਹੀਦੀ ਹੈ ਤੇ ਕੇਸਾਂ ਦੀ ਰਾਖੀ ਲਈ ਇਹ ਕੇਸਗੀ ਤੇ ਦਸਤਾਰ ਹੈਗੀ ਹੈ। ਇਹ ਕਈ ਜਗ੍ਹਾ 'ਤੇ ਅਸੀਂ ਸੋਚਦੇ ਹਾਂ ਕਿ ਵੀ ਜਿਹੜੇ 5 ਕਕਾਰ ਹਨ ਨਾ, ਗੁਰੂ ਸਾਹਿਬ ਨੇ ਸਾਨੂੰ ਬਾਹਰੋਂ ਪ੍ਰਦਾਨ ਕੀਤੇ ਨੇ, ਵੀ ਜਿਵੇਂ ਕਛਹਿਰਾ, ਕੰਘਾ, ਕਿਰਪਾਨ ਤੇ ਕੜਾ। ਲੇਕਿਨ ਕੇਸ ਜਿਹੜੇ ਅਸੀਂ ਕੁਦਰਤੀ ਤੌਰ 'ਤੇ ਸਾਡੇ ਆ ਰਹੇ ਨੇ, ਇਸ ਕਰਕੇ ਉਸ ਮੱਤ ਅਨੁਸਾਰ ਅਸੀਂ ਕੇਸਗੀ ਵੀ ਕਕਾਰਾਂ ਵਿੱਚ ਗਿਣਦੇ ਹਾਂ। ਵੀ ਕੇਸਗੀ ਅਸੀਂ ਐਵੇਂ ਕਹਿੰਦੇ ਹਾਂ, ਪਹਿਲਾ ਕਕਾਰ ਕੇਸਗੀ, ਵੀ ਕੇਸਗੀ ਸਾਨੂੰ ਬਾਹਰੋਂ ਮਿਲਣੀ ਹੈ। ਤੇ ਫਿਰ ਉਸ ਤੋਂ ਬਾਅਦ ਕਛਹਿਰਾ, ਕੰਘਾ, ਕੜਾ, ਕਿਰਪਾਨ। ਸਭ ਤੋਂ ਪਹਿਲੇ ਕੇਸ ਗੁਰੂ ਕੀ ਮੋਹਰ। ਦੇਖੋ, ਪੁਰਾਣੇ ਜ਼ਮਾਨੇ ਤੋਂ ਹੀ ਜਿਹੜਾ ਅਸੀਂ ਕਹਿੰਦੇ ਹਾਂ ਸਨਾਤਨ ਸਮੇਂ, ਸਨਾਤਨ ਧਰਮ ਵਿੱਚ ਵੀ ਜਿਹੜੇ ਵੀ ਪੀਰ ਪੈਗੰਬਰ ਅਵਤਾਰੀ ਪੁਰਸ਼ ਹੋਏ ਨੇ, ਸਾਰੇ ਕੇਸਾਧਾਰੀ ਹੋਏ ਨੇ। ਜਿਹੜਾ ਹਿੰਦੂ ਸ਼ਬਦ ਹੈ ਤੇ ਆਇਆ ਹੀ ਕੋਈ 2200 ਸਾਲ ਪਹਿਲੇ। ਉਸ ਤੋਂ ਪਹਿਲੇ ਅਸੀਂ ਸਨਾਤਨ ਧਰਮ ਹੀ ਕਹਿੰਦੇ ਸੀ ਕਿ ਸਨਾਤਨ ਧਰਮ ਹੈ। ਉਹਦੇ ਵਿੱਚ ਸ਼੍ਰੀ ਰਾਮ ਜੀ ਕਹਿ ਲਓ, ਸ਼੍ਰੀ ਕ੍ਰਿਸ਼ਨ ਜੀ ਕਹਿ ਲਓ, ਵਸ਼ਿਸ਼ਟ ਰਿਸ਼ੀ ਕਹਿ ਲਓ, ਅਗਸਤ ਰਿਸ਼ੀ ਕਹਿ ਲਓ, ਪੁਲਸਤ ਰਿਸ਼ੀ ਕਹਿ ਲਓ, ਜਿੰਨੇ ਵੀ ਹੋਏ ਨੇ ਸਭ ਕੇਸਾਧਾਰੀ ਹੋਏ ਨੇ। ਕਿਸੇ ਨੇ ਵੀ ਕੇਸਾਂ ਦਾ ਕਤਲ ਨਹੀਂ ਕਰਾਇਆ। ਜਿਵੇਂ ਕੇਸ ਕੱਟਣਾ, ਅਸੀਂ ਉਹਨੂੰ ਸਿੱਖੀ ਵਿੱਚ ਕਹਿੰਦੇ ਹਾਂ ਕੇਸਾਂ ਦਾ ਕਤਲ ਕਰਨਾ। ਮਹਾਰਾਜ ਨੇ ਇੰਨੀ ਵੱਡੀ ਇਹਨੂੰ ਬਜਰਗ ਰਹਿਤ ਕਿਹਾ ਹੈ ਕਿ ਤੁਸੀਂ ਕੇਸ ਕਟਵਾਉਂਦੇ ਹੋ ਤੇ ਇੱਕ ਕਤਲ ਜਿੰਨਾ ਉਹ ਹੈਗਾ। ਤੇ ਇਹ ਕਰਕੇ ਅਸੀਂ ਕਹਿੰਦੇ ਹਾਂ ਕੇਸ ਕਤਲ ਨਹੀਂ ਕਰਵਾਉਣੇ। ਕੇਸ ਕਤਲ ਕਿਸੇ ਨੇ ਵੀ ਨਹੀਂ ਕਰਵਾਏ ਹੋਏ ਸੀ। ਇਹ ਜਿਹੜਾ ਰੂਪ ਸਾਨੂੰ ਮਹਾਰਾਜ ਨੇ ਬਖਸ਼ਿਆ, ਇਹ ਸਨਾਤਨ ਰੂਪ ਹੀ ਬਖਸ਼ਿਆ ਕਿ ਇਹਦੀ ਰਹਿਤ ਵਿੱਚ ਆਓ। ਇਹ ਰੂਪ ਵਿਗੜਿਆ ਕਦੋਂ? ਜਦੋਂ 2200 ਸਾਲ ਪਹਿਲੇ ਕਹਿੰਦੇ ਨੇ ਨੰਦ ਰਾਜੇ ਹੋਏ ਨੇ। ਉਹ ਨੰਦ ਰਾਜੇ ਸ਼ੂਦਰ ਸੀ। ਉਹਨਾਂ ਨੇ ਸ਼ਕਤੀ ਲੈ ਕੇ ਕਹਿ ਲਓ ਕਿ 9 ਰਾਜੇ ਸੀ ਨੰਦ ਰਾਜੇ। ਉਹਨਾਂ ਨੇ ਛਤਰੀਆਂ ਕੋਲੋਂ ਰਾਜ ਖੋਹ ਲਿਆ। ਜਦੋਂ ਛਤਰੀਆਂ ਕੋਲੋਂ ਰਾਜ ਖੋਹ ਲਿਆ ਤੇ ਹੁਣ ਨੰਦ ਰਾਜਿਆਂ ਨੂੰ ਡਰ ਸੀ ਕਿ ਸਾਡੇ ਕੋਲੋਂ ਛਤਰੀ ਦੁਬਾਰਾ ਰਾਜ ਵਾਪਸ ਨਾ ਲੈ ਲੈਣ।
ਕਹਿੰਦੇ ਇਹ ਜਿਹੜੀ ਤੁਹਾਨੂੰ ਗੱਲ ਸੁਣਾ ਰਹੇ ਹਾਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ। ਜਦੋਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਰਾ ਗਏ, ਉੱਥੇ ਮਹਾਰਾਜ ਨੂੰ 9 ਦਿਨ ਖੱਤਰੀ ਮਿਲਿਆ, ਜਿਹੜਾ 4 ਵੇਦਾਂ ਦਾ, 6 ਸ਼ਾਸਤਰਾਂ ਦਾ, 18 ਪੁਰਾਣਾਂ ਦਾ, 27 ਸਿਮਰਤੀਆਂ ਦਾ ਜਾਣਕਾਰ ਸੀ। ਉਹ ਜਦੋਂ ਹੁਣ ਵੱਡੇ ਵਿਦਵਾਨ ਆਪਸ ਵਿੱਚ ਮਿਲਦੇ ਨੇ ਤੇ ਬਚਨ ਵਿਲਾਸ ਕਰਦੇ ਨੇ, ਜਦੋਂ ਉਹਨਾਂ ਦੋਨਾਂ ਵਿੱਚ ਬਚਨ ਵਿਲਾਸ ਹੋ ਰਹੇ ਸੀ, ਮਹਾਰਾਜ ਵਿੱਚ ਤੇ ਉਹ ਖੱਤਰੀ ਵਿੱਚ, ਤੇ ਉਹਨੇ ਅਖੀਰ ਵਿੱਚ ਕਹਿਤਾ ਸੰਗ ਤੁਮਾਰੇ ਕੇਸਾ ਧਾਰੀ, ਤੁਹਾਡੇ ਸੰਗ ਦੇ ਸਾਰੇ ਕੇਸਾ ਧਾਰੀ ਨੇ, ਤੇ ਇਹ ਕਿਹੜੀ ਨਵੀਂ ਮਰਿਆਦਾ ਚਲਾਤੀ। ਤੇ ਮਹਾਰਾਜ ਨੇ ਹੱਸ ਕੇ ਕਿਹਾ ਤੂੰ ਇੰਨਾ ਵੱਡਾ ਗਿਆਤਾ, ਤੈਨੂੰ ਇਹ ਨਹੀਂ ਪਤਾ ਕਿ ਇਹ ਨਵੀਂ ਮਰਿਆਦਾ ਨਹੀਂ ਹੈ, ਤੇ ਸਨਾਤਨ ਧਰਮ ਦੇ ਅਨੁਸਾਰ ਇਹ ਉਹ ਰੂਪ ਬਖਸ਼ਿਆ ਜੋ ਅਕਾਲ ਪੁਰਖ ਦਾ ਆਪਣਾ ਰੂਪ ਹੈ, ਸਰਗੁਣ ਰੂਪ ਦਾ ਆਪਣਾ ਰੂਪ ਹੈ। ਮਹਾਰਾਜ ਕਹਿੰਦੇ ਉਹ ਬਖਸ਼ਿਆ ਹੈ। ਫਿਰ ਮਹਾਰਾਜ ਨੇ ਦੱਸਿਆ ਕਿ ਜਦੋਂ 9 ਜਿਹੜੇ ਨੰਦ ਰਾਜੇ ਸੀ, ਉਹਨਾਂ ਨੇ ਜਦੋਂ ਡਰ ਮੰਨਿਆ ਕਿ ਖੱਤਰੀ ਹੁਣ ਰਾਜ ਵਾਪਸ ਨਾ ਲੈ ਲੈਣ, ਤੇ ਉਹਨਾਂ ਨੇ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਕੋ ਕਿ ਲਾਲਚ ਦੇ ਕੇ ਜਾਂ ਡਰਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ, ਤੁਸੀਂ ਛਤਰੀਆਂ ਵਾਸਤੇ ਜਿਹੜੇ ਯੱਗ ਕਰਦੇ ਹੋ, ਤਪ ਕਰਦੇ ਹੋ, ਜਿਹੜਾ ਮੰਤਰ ਸਿੱਧ ਕਰਦੇ ਹੋ, ਉਹਦਾ ਦੀ ਕਿਵੇਂ ਸਿੱਧ ਕਰਦੇ ਹੋ, ਮਤਲਬ ਕੀ ਉਹਦੇ 'ਚ ਖਾਸ ਗੱਲ ਹੁੰਦੀ ਹੈ। ਤੇ ਉਹਨਾਂ ਨੇ ਪੰਡਤਾਂ ਨੇ ਕੁਝ ਨੇ ਲਾਲਚ ਆ ਕੇ ਕਹਿ ਲਓ, ਡਰਾਵੇ ਚ ਆ ਕੇ ਕਹਿਤਾ ਕਿ ਜਿਹੜੀ ਸਾਰੀ ਸ਼ਕਤੀ ਹੁੰਦੀ ਹੈ ਨਾ ਸਾਡੇ ਕੇਸਾਂ ਵਿੱਚ ਰਹਿੰਦੀ ਹੈ। ਜਦੋਂ ਮੰਤਰ ਦੇ ਅੰਦਰ ਊਰਜਾ ਬਣਦੀ ਹੈ ਤੇ ਕੇਸਾਂ ਕਰਕੇ ਰੋਮਾਂ ਦੀ ਅਸੀਂ ਬੇਦਬੀ ਨਹੀਂ ਕਰਦੇ, ਉਹਦੇ ਕਰਕੇ ਅੰਦਰ ਸੰਭਲੀ ਰਹਿੰਦੀ ਹੈਗੀ ਹੈ, ਤੇ ਉਹ ਫਿਰ ਮੰਤਰ ਸਿੱਧ ਹੁੰਦੇ ਨੇ ਤੇ ਛਤਰੀਆਂ ਨੂੰ ਇਸ ਕਰਕੇ ਬਲ ਮਿਲਦਾ ਹੈ। ਤੇ ਉਹਨਾਂ ਨੇ ਕੀ ਸੋਚਿਆ ਕਿ ਜੜ ਤੇ ਹਮਲਾ ਕਰ ਦਿਓ ਤਾਂ ਕਿ ਇਹਨਾਂ ਦਾ ਅੰਦਰ ਕਮਜ਼ੋਰ ਹੋਏ। ਜਿਹਦਾ ਅੰਦਰ ਮੰਤਰ ਨਾਲ, ਗੁਰੂ ਦੀ ਸ਼ਕਤੀ ਨਾਲ, ਬਾਣੀ ਨਾਲ ਅੰਦਰ ਹੋਏਗਾ ਨਾ, ਮਤਲਬ ਕਹਿ ਲਓ ਮਜ਼ਬੂਤ, ਉਹੀਓ ਬਾਹਰੋਂ ਕਿਰਪਾਨ ਪਕੜ ਸਕਦਾ ਹੈ। ਜਿਹੜਾ ਅੰਦਰੋਂ ਢਿੱਲਾ ਹੈ ਉਹਦੇ ਚੜ੍ਹਦੀ ਕਲਾ ਹੀ ਨਹੀਂ, ਤਾਂ ਉਹਦੇ ਤੇ ਹੱਥ ਹੀ ਕੰਬ ਜਾਣਾ ਪਕੜਨ ਟਾਈਮ। ਖਾਲਸਾ ਪਰ ਕਿਰਪਾਨ ਤਾਂ ਹੀ ਪਕੜ ਸਕਦਾ ਹੈ ਜੇ ਅੰਦਰ ਬਾਣੀ ਦੀ ਕਲਾ ਵਰਤੇ। ਪਹਿਲੇ 5 ਜਾਮਿਆਂ 'ਚ ਮਹਾਰਾਜ ਨੇ ਤਾਂ ਹੀ ਪਹਿਲੇ ਬਾਣੀ, ਨਾਮ, ਪਹਿਲੇ ਬਾਣੀ ਅੰਦਰ ਹੋਵੇ, ਫਿਰ ਸ਼ਕਤੀ ਹੱਥ ਵਿੱਚ, ਫਿਰ ਕਿਰਪਾਨ। ਤੇ ਕਹਿੰਦੇ ਕਿ ਜਦੋਂ ਅੰਦਰ ਪੱਕਾ ਹੁੰਦਾ ਹੈ, ਮਜ਼ਬੂਤ ਹੁੰਦਾ ਹੈ, ਤੇ ਫਿਰ ਬਾਹਰੋਂ ਵੀ ਸ਼ਕਤੀ। ਕਿਉਂਕਿ ਤੁਸੀਂ ਦੇਖੋਗੇ ਜਦੋਂ ਅਸੀਂ ਕਈ ਸਿੱਖਾਂ ਦੇ ਜੀਵਨ ਦੇ ਦਰਸ਼ਨ ਕਰਦੇ ਹਾਂ, ਜਿਹੜੇ ਮਹਾਨ ਯੋਧੇ ਹੋਏ, ਜਿਹੜੇ ਕੱਦ ਕਾਠੀ ਵਿੱਚ ਐਨੇ ਬਲਵਾਨ ਨਹੀਂ ਸੀ, ਪਰ ਉਹਨਾਂ ਨੇ ਕੀ ਇੱਥੇ ਕਹਿੰਦੇ ਨੇ ਜਦੋਂ ਹਾਥੀ ਨੂੰ ਨਾਗਨੀ ਨਾਲ ਉਹਦੇ ਅੱਖ ਵਿੱਚ ਵਾਰ ਕੀਤਾ ਤੇ ਉਹ ਮਸਤ ਹਾਥੀ ਦੀ ਚਾਲ ਮੋੜਤੀ। ਤੇ ਸਿੰਘ ਕਿਹੜੇ ਸੀ ਜਿਨ੍ਹਾਂ ਦੇ ਮਤਲਬ ਕਿ ਸਰੀਰ ਜਿਹੜਾ ਹੈ ਬੜਾ ਪਤਲਾ ਸੀ, ਉਹਨਾਂ ਦਾ ਸਰੀਰ ਕੋਈ ਬਹੁਤ ਕੋ ਪਹਿਲਵਾਨਾਂ ਵਰਗਾ ਸਰੀਰ ਨਹੀਂ ਸੀ, ਪਰ ਅੰਦਰ ਕੀ ਸੀ, ਬਾਣੀ ਦੀ ਤਾਕਤ ਸੀ, ਨੇਮ ਬਹੁਤ ਜ਼ਿਆਦਾ ਸੀ। ਇਸ ਕਰਕੇ ਤੇ ਜਦੋਂ ਮਹਾਰਾਜ ਉਹਨਾਂ ਨੇ ਸੁਣਿਆ ਨਾ ਕਿ ਨੰਦ ਰਾਜਿਆਂ ਨੇ, ਉਹਨਾਂ ਨੇ ਸਾਰੇ ਪੰਡਤਾਂ ਬ੍ਰਾਹਮਣਾਂ ਦੇ ਕੇਸ ਹੀ ਕਤਲ ਕਰਾਤੇ ਤਾਂ ਕਿ ਇਹ ਕਰ ਹੀ ਨਾ ਸਕਣ ਜੱਗ ਤੇ ਤਪ ਛਤਰੀਆਂ ਲਈ। ਤੇ ਹੁਣ ਜਦੋਂ ਉਹਨਾਂ ਦੇ ਸਿਰ ਮੁੰਨੇ ਗਏ, ਉਹ ਮਰਨ ਬਰਾਬਰ ਮੰਨਿਆ ਜਾਂਦਾ ਹੈ। ਹਿੰਦੂਆਂ ਵਿੱਚ ਕੀ ਹੁੰਦਾ ਹੈ ਕਿ 4 ਜਿਵੇਂ ਸਾਡੇ 'ਚ ਬਜਰ ਕੁਰਹਿਤਾਂ ਨੇ, ਉਹਨਾਂ ਵਿੱਚ ਵੀ ਕੁਰਹਿਤਾਂ ਹੁੰਦੀਆਂ ਨੇ ਕਿ ਬ੍ਰਾਹਮਣ ਦੀ ਹੱਤਿਆ ਨਹੀਂ ਕਰਨੀ, ਕੁੜੀਆਂ ਦੀ ਹੱਤਿਆ ਨਹੀਂ ਕਰਨੀ, ਜਿਹੜੀ ਵੇਸ਼ਿਆ ਦੀ ਕਮਾਈ ਨਹੀਂ ਖਾਣੀ, ਇਹ ਕੁਰਹਿਤਾਂ ਉਹਨਾਂ ਵਿੱਚ ਵੀ ਮੰਨੀਆਂ ਜਾਂਦੀਆਂ ਨੇ। ਤੇ ਕਹਿੰਦੇ ਵੀ ਜੇ ਬ੍ਰਾਹਮਣ ਦੀ ਹੱਤਿਆ ਨਹੀਂ ਕਰਨੀ, ਜੇ ਨਿਆਏ ਦੇ ਅਨੁਸਾਰ ਬ੍ਰਾਹਮਣ ਕੋਲ ਕੋਈ ਐਸਾ ਪਾਪ ਹੋ ਹੀ ਜਾਏ, ਉਹਦੀ ਹੱਤਿਆ ਕਰਨੀ ਪਏ, ਉਹਨੂੰ ਫਾਂਸੀ ਦੀ ਸਜ਼ਾ ਸੁਣਾਣੀ ਪਏ, ਤੇ ਕੀ ਕਰੋ? ਕਹਿੰਦੇ ਉਹਦੀ ਹੱਤਿਆ ਨਾ ਕਰੋ, ਉਹਦਾ ਸਿਰ ਮੁੰਨ ਦਿਓ, ਉਹ ਮਰਿਆ ਬਰਾਬਰ ਹੋਏਗਾ। ਜਦੋਂ ਸਨਾਤਨ ਧਰਮ ਵਿੱਚ ਮੰਨਿਆ ਜਾਂਦਾ ਸੀ ਜੇ ਕਿਸੇ ਇਸਤਰੀ ਦੇ ਵਾਲ ਕੱਟ ਦਿਓ, ਉਹ ਕਿਸੇ ਬ੍ਰਾਹਮਣ ਦਾ ਸਿਰ ਮੁੰਨ ਦਿਓ ਤੇ ਮਰਿਆ ਬਰਾਬਰ ਹੈ। ਇਸੇ ਕਰਕੇ ਫਿਰ ਜਦੋਂ ਉਹਨਾਂ ਦੇ ਸਿਰ ਮੁੰਨੇ ਗਏ, ਉਹਨਾਂ ਨੇ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਕੀਤੀ। ਉਹਨਾਂ ਨੇ ਨਵਾਂ ਰਿਵਾਜ ਚਾਲੂ ਕਰਤਾ ਇਹ ਮੁੰਡਨ ਦਾ, ਤੇ ਇੱਕ ਚੋਟੀ ਰੱਖ ਲਈ, ਕਿਉਂਕਿ ਮਹਿਤਾ ਤੇ ਪਤਾ ਸੀ ਨਾ, ਉਹ ਬੋਦੀ ਰੱਖ ਲਿੱਤੀ ਜਿਹੜੀ ਬਿਲਕੁਲ ਜਿਹਦੇ ਕੇਸਾਂ ਦੀ ਬੇਦਬੀ ਨਾ ਹੋਈ ਹੋਏ, ਤੇ ਉਹਨੂੰ ਫਿਰ ਪਿੱਛੇ ਗੱਠ ਮਾਰ ਕੇ ਬੰਨ ਲੈਂਦੇ ਨੇ। ਉਹ ਬੋਦੀ ਦਾ ਰਿਵਾਜ ਉੱਥੋਂ ਦੀ ਚਾਲੂ ਹੋ ਗਿਆ। ਤੇ ਜਦੋਂ ਮਹਾਰਾਜ ਨੇ ਐਵੇਂ ਸਮਝਾਇਆ ਵੀ ਕੇਸ ਦੇ ਜਿਹੜੇ ਗੁਰੂ ਦੀ ਮੋਹਰ ਨੇ ਇੱਕ ਐਂਟੀਨਾ ਦਾ ਕੰਮ ਕਰਦੇ ਨੇ, ਸਾਨੂੰ એનર્ਜੀ ਜਿਹੜੀ ਹੈ ਮਹਾਰਾਜ ਦੇ ਜਿਹੜੇ ਬ੍ਰਹਮਾਂਡ ਵਿੱਚ ਇੱਕ ਪੋਜ਼ਿਟਿਵ એનર્ਜੀ ਹੁੰਦੀ ਹੈ, ਉਹਨੂੰ ਵੀ ਅਸੀਂ ਖਿੱਚਦੇ ਹਾਂ। ਜਿਹੜੀ એનર્ਜੀ ਅਸੀਂ ਨੇਮ ਕਰਕੇ, ਅੰਮ੍ਰਿਤ ਵੇਲਾ ਕਰਕੇ ਆਪਣੇ ਅੰਦਰ ਕ੍ਰੀਏਟ ਕਰਦੇ ਹਾਂ, ਉਹਨੂੰ ਵੀ ਸੰਭਾਲਣ ਲਈ ਇਹ ਕੇਸ ਦੇ ਜਿਹੜੇ ਸਹਾਇਕ ਹੁੰਦੇ ਨੇ, ਇਹ ਰੋਮ ਵੀ ਜਿਹੜੇ ਨੇ ਉਹ ਸਹਾਇਕ ਹੁੰਦੇ ਨੇ। ਇਸ ਕਰਕੇ ਰਹਿਤ ਮਰਿਆਦਾ ਹੈ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੇਸਾਂ ਦੀ, ਰੋਮਾਂ ਦੀ ਬੇਦਬੀ ਨਹੀਂ ਕਰਨੀ। ਇਹ ਐਂਟੀਨਾ ਦਾ ਕੰਮ ਕਰਦੇ ਨੇ, ਸਹਾਇਕ ਹੁੰਦੇ ਨੇ। ਇਹ ਕੇਸ ਗੁਰੂ ਸਾਹਿਬ ਨੇ ਕਿਹਾ ਮੇਰੀ ਮੋਹਰ ਨੇ, ਇਹ ਕੇਸਾਂ ਨਾਲ ਮੈਂ ਤੁਹਾਡੀ ਪਛਾਣ ਕਰ ਲਾਂਗਾ ਕਿ ਇਹ ਮੇਰਾ ਪਿਆਰਾ ਧੀ ਤੇ ਮੇਰੀ ਪਿਆਰਾ ਪੁੱਤਰ ਹੈਗਾ। ਇਹ ਕੇਸਾਂ ਦੀ ਇੰਨੀ ਮਹਿਤਾ, ਤੇ ਫਿਰ ਕੇਸਗੀ ਦੀ ਮਹਿਤਾ ਤੇ ਆਪੇ ਹੀ ਹੋ ਗਈ ਨਾ ਕਿ ਉਹਨੂੰ ਸੰਭਾਲਣਾ। ਇਹ ਜਿਹੜੀ ਕੇਸਗੀ ਅਸੀਂ ਉੱਪਰ ਕਰ ਲੈਂਦੇ ਹਾਂ, ਦੇਖੋ ਇੱਕ ਇਹ ਹੋ ਗਿਆ ਸਾਡਾ ਮਦਰ ਕੋਡ। ਮੰਨ ਲਓ ਜੇ ਮਸ਼ੀਨਾਂ ਦਾ ਇੱਕ ਹੁੰਦਾ ਨਾ ਮਦਰ ਕੋਡ, ਉਹ ਫੁੱਕ ਜਾਏ ਤੇ ਸਾਰੀ ਮਸ਼ੀਨ ਖਰਾਬ। ਸਾਡਾ ਦਿਮਾਗ ਦੀ ਇੱਕ ਵੀ ਨਸ ਮਾੜੀ ਜਿਹੀ ਵੀ ਕਿਤੇ ਹਿੱਲ ਜਾਏ ਤੇ ਸਾਡਾ ਸਰੀਰ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਸਕਦਾ ਹੈ।
ਤੇ ਇਹਦੀ ਜਿਹੜੀ ਸੁਰੱਖਿਆ ਲਈ ਇਹ ਅਸੀਂ ਕੇਸ ਦੇ ਉੱਪਰ ਕੇਸ ਵੀ ਧਾਰਨ ਕਰ ਲਿੱਤੀ। ਸਾਡਾ ਟੈਂਪਰੇਚਰ ਹੀ ਜਿਹੜਾ ਇੱਕ ਰਹਿੰਦਾ ਹੈ ਵੀ ਜਿਵੇਂ ਅਸੀਂ ਏਸੀ ਤੋਂ ਇੱਕਦਮ ਬਾਹਰ ਗਏ, ਬਾਹਰ ਤੋਂ ਅੰਦਰ ਆਏ, ਇਹ ਜਿਹੜੇ ਸਾਡਾ ਇੱਕਦਮ ਟੈਂਪਰੇਚਰ ਬਦਲਦਾ ਹੈ ਉਸ ਤੋਂ ਰੱਖਿਆ ਕਰਦਾ ਹੈ। ਜਦੋਂ ਅਸੀਂ ਇੱਕ ਦਸਤਾਰ ਪਗੜੀ ਤੇ ਇੱਕ ਬਿਮਾਰੀ ਤੋਂ ਰੱਖਿਆ ਹੋ ਗਈ। ਹੈਲਮਟ ਜਿਵੇਂ ਅਸੀਂ ਪਾਉਣਾ ਹੁੰਦਾ ਹੈ, ਕਦੀ ਕਿਤੇ ਗਿਰ ਜਾਂਦੇ ਆ, ਕੋਈ ਸਿਰ ਤੇ ਇੱਕਦਮ ਵਾਰ ਹੁੰਦਾ ਹੈ, ਉਹ ਵਾਰ ਤੋਂ ਸਾਡੀ ਰੱਖਿਆ। ਜੇ ਮੰਨ ਲਓ ਹੁਣੇ ਮੈਂ ਕੱਲ੍ਹ ਪਰਸੋਂ ਸੁਣਿਆ ਕਿ ਇੱਕ ਭੈਣ ਸੀੜੀਆਂ ਤੋਂ ਗਿਰ ਗਈ, ਉਹਨੇ ਕਲੱਚਰ ਲਗਾਇਆ ਹੋਇਆ ਸੀ, ਕਲੱਚਰ ਅੰਦਰ ਖੁੱਭ ਗਿਆ, ਜਿਹੜੇ ਉਹ ਵਾਲਾਂ 'ਤੇ ਲਗਾਉਂਦੇ ਆ ਨਾ ਅਸੀਂ। ਜੇ ਮੈਂ ਸੋਚਿਆ ਉਹਨੇ ਕੇਸ ਵੀ ਪਾਈ ਹੁੰਦੀ, ਫਿਰ ਸਿਰ 'ਚ ਨਾ ਤਾਂ ਕੁਝ ਖੁੱਭਦਾ ਵੀ ਨਾ, ਤੇ ਰਕਸ਼ਾ ਵੀ ਹੋ ਜਾਂਦੀ। ਕਿੰਨਾ ਟਾਂਕੇ ਲੱਗੇ ਤੇ ਸਿਟੀ ਸਕੈਨ ਹੋਏ, ਵੋਮਿਟ ਹੋ ਰਹੀ ਹੈ, ਕਿੰਨਾ ਕੁਝ ਹੋ ਰਿਹਾ। ਇਹ ਰਕਸ਼ਾ ਵੀ ਸਾਡੀ ਹੋਏਗੀ। ਤੇ ਕੇਸ ਜਿਹੜੇ ਨੇ ਉਹ ਫਿਰ ਇਹ ਪੁਰਾਤਨ ਸਮੇਂ ਤੋਂ ਹੀ ਦੇਖੋ। ਹੁਣ ਅਸੀਂ ਇਹ ਸੁਣ ਲਿੱਤਾ ਕਿ ਸਾਰੇ ਰਿਸ਼ੀ ਮੁਨੀ ਅਵਤਾਰੀ ਪੁਰਸ਼, ਚਾਹੇ ਉਹ ਰਾਮ ਜੀ ਨੇ, ਕ੍ਰਿਸ਼ਨ ਜੀ ਨੇ, ਸਭ ਕੇਸਾਧਾਰੀ ਸੀ। ਤੇ ਅਕਾਲ ਪੁਰਖ ਦੀ ਸਿਫਤ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਪ ਕੀ ਕਿਹਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਮਹਾਰਾਜ ਕਹਿੰਦੇ ਜਿਹਦੇ ਨੱਕ ਤੇ ਚਿੰਨ ਸਗੁਣ ਰੂਪ ਦੇ ਸੋਹਣੇ ਨੇ ਤੇ ਜਿਹਦੇ ਲੰਬੜੇ ਵਾਲ ਨੇ। ਇਹਦਾ ਮਤਲਬ ਅਕਾਲ ਪੁਰਖ ਦਾ ਸਰਗੁਣ ਰੂਪ ਹੈ, ਉਹਦੇ ਲੰਬੇ ਵਾਲ ਨੇ। ਤੇ ਫਿਰ ਸਾਨੂੰ ਤੇ ਮਹਾਰਾਜ ਨੇ ਆਪਣੇ ਪਿਓ ਵਰਗਾ ਹੀ ਬਣਾਉਣਾ ਸੀ ਨਾ, ਉਹੀ ਰੂਪ ਬਖਸ਼ਿਸ਼ ਕਰਨਾ ਜਿਸ ਜੋ ਸਾਡੇ ਪਿਤਾ ਦਾ ਹੈਗਾ। ਤੇ ਕੇਸ਼ਵ ਅਸੀਂ ਕਹਿੰਦੇ ਹਾਂ, ਕੇਸੋ ਕੇਸੋ ਕੋਕੀਏ ਨਾ ਸੋਈਏ ਆਸਾਦ। ਤੇ ਕੇਸਵ ਕਿਹਨੂੰ ਕਹਿੰਦੇ ਆ? ਜਿਹਦੇ ਬੜੇ ਸੋਹਣੇ ਕਾਲੇ ਤੇ ਲੰਬੇ ਘਨੇਰੇ ਵਾਲ ਹੋਣ, ਉਹਨੂੰ ਕੇਸਵ ਕਹਿੰਦੇ ਆ। ਫਿਰ ਇਹਦਾ ਮਤਲਬ ਕੀ ਹੋਇਆ, ਅਕਾਲ ਪੁਰਖ ਦਾ ਜਿਹੜਾ ਆਪਣਾ ਰੂਪ ਹੈ ਉਹ ਵੀ ਕੇਸਾਧਾਰੀ ਹੈ। ਕੇਸਾਂ ਦੀ ਦੇਖੋ ਕਿੰਨੀ ਸਾਡੇ ਵਾਸਤੇ ਇੰਪੋਰਟੈਂਸ ਹੋ ਗਈ। ਅਸੀਂ ਆਪਣੇ ਪਿਤਾ ਵਰਗਾ ਦਿਖਣਾ ਹੈ ਤੇ ਸਾਨੂੰ ਫਿਰ ਕੇਸਾਧਾਰੀ ਹੋਣਾ ਪਏਗਾ। ਅਸੀਂ ਕੇਸਾਂ ਦੀ ਬੇਦਬੀ ਜਿਹੜੀ ਹੈ ਉਹ ਨਹੀਂ ਕਰ ਸਕਦੇ। ਤੇ ਉੱਪਰ ਦੁਮਾਲੇ ਸਾਨੂੰ ਪਗੜੀਆਂ ਸਜਾਣੀਆਂ ਨੇ। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਦੋਂ ਗੱਤਕਾ ਖੇਲਣ ਦੀ ਜਿੱਦ ਕਰ ਰਹੇ ਸੀ ਤੇ ਵੱਡੇ ਭਰਾਵਾਂ ਨੇ ਕਿਹਾ ਨਾ ਕਿ ਤੁਸੀਂ ਹਲੇ ਛੋਟੇ ਹੋ, ਨਹੀਂ ਖੇਡ ਸਕਦੇ, ਨਾਰਾਜ਼ ਹੋ ਗਏ ਕਿ ਬਈ ਮੈਂ ਛੋਟਾ ਵਾਂ, ਮੈਂ ਖੇਡ ਨਹੀਂ ਸਕਦਾ। ਤੇ ਅੰਦਰ ਗਏ, ਕਹਿੰਦੇ ਨੇ ਦੋਹਰੇ ਦੁਮਾਲੇ ਸਜਾ ਕੇ ਬਾਹਰ ਆ ਗਏ। ਕਹਿੰਦੇ ਦੇਖੋ ਹੁਣ ਮੈਂ ਹੋ ਗਿਆ ਵੱਡਾ, ਹੁਣ ਮੈਂ ਖੇਡ ਸਕਦਾ ਵਾਂ। ਤੇ ਜਦੋਂ ਨੀਲੇ ਰੰਗ ਦੇ ਦੋਹਰੇ ਦੁਮਾਲੇ ਸਜਾਏ ਨਾ ਤੇ ਮਹਾਰਾਜ ਦੀ ਬੜੀ ਖੁਸ਼ੀ ਹੋਈ। ਕਹਿੰਦੇ ਕਿ ਮੇਰੀ ਤੇ ਦੋਹਰੇ ਦੁਮਾਲੇ ਵਾਲੀ ਫੌਜਾਂ ਹੋਣਗੀਆਂ। ਤੇ ਉਹ ਜਿਹੜੇ ਸਭ ਤੋਂ ਛੋਟੇ ਸੀ ਬਾਬਾ ਫਤਿਹ ਸਿੰਘ ਜੀ, ਉਹ ਲਾਡਲੇ ਵੀ ਸੀ। ਛੋਟਾ ਪੁੱਤ ਘਰ ਦਾ ਸਭ ਦਾ ਲਾਡਲਾ ਹੁੰਦਾ ਹੈ। ਤੇ ਇਹ ਕਰਕੇ ਜਿਹੜੇ ਨੀਲੇ ਦੁਮਾਲੇ ਸਜਾ ਕੇ ਨਿਹੰਗ ਸਿੰਘ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਲਾਡਲੀਆਂ ਫੌਜਾਂ ਨੇ। ਕਿਉਂ? ਕਿਉਂਕਿ ਇਹਨਾਂ ਨੇ ਦੋਹਰੇ ਦੁਮਾਲੇ ਫਰਲੇਦਾਰ ਸਜਾਏ ਹੋਏ ਨੇ। ਉੱਪਰ ਨਿਸ਼ਾਨ ਸਾਹਿਬ ਫਰਲੇ ਦੇ ਰੂਪ ਵਿੱਚ ਝੂਲ ਰਿਹਾ ਹੈ। ਕੇਸਾਂ ਦੀ ਜਿਹੜੀ ਸੰਭਾਲ ਹੈ ਉਹ ਸਨਾਤਨ ਰੂਪ, ਅਕਾਲ ਪੁਰਖ ਦਾ ਆਪਣਾ ਰੂਪ, ਸਾਡੇ ਪਿਤਾ ਦਾ ਆਪਣਾ ਰੂਪ ਸਾਨੂੰ ਬਖਸ਼ਿਆ। ਜਿਹੜੇ ਧੀ ਪੁੱਤ ਦੀ ਸ਼ਕਲ ਆਪਣੇ ਮਾਤਾ ਪਿਤਾ ਨਾਲ ਨਹੀਂ ਮਿਲਦੀ ਨਾ, ਉਹਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਦੇ। ਇਸ ਕਰਕੇ ਅਸੀਂ ਸਾਰਿਆਂ ਨੇ ਕੇਸਾਧਾਰੀ ਹੋਣਾ ਹੈ। ਪੁਰਾਣੇ ਜਿਹੜੇ ਕਹਿੰਦੇ ਨੇ ਅਮਰੀਕਨ ਜਿਹੜੇ ਮੂਲ ਨਿਵਾਸੀ ਬਹੁਤ ਪੁਰਾਣੇ ਨੇ ਨਾ, ਉਹਨਾਂ ਨੂੰ ਵੀ ਇਸ ਚੀਜ਼ ਦਾ ਗਿਆਨ ਸੀ। ਉਹ ਬੜੇ ਸਾਰੇ ਤੇ ਖਾਲਸੇ ਸੱਜ ਚੁੱਕੇ ਨੇ, ਲੇਕਿਨ ਉਹਨਾਂ ਨੂੰ ਇਹ ਗਿਆਨ ਹੋਣ ਤੋਂ ਪਹਿਲੇ ਕਿ ਸਿੱਖੀ ਵਿੱਚ ਕੇਸਾਂ ਦੀ ਇੰਨੀ ਮਹੱਤਤਾ ਹੈ, ਉਸ ਤੋਂ ਪਹਿਲੇ ਹੀ ਉਹਨਾਂ ਨੇ ਕੇਸ ਕਤਲ ਕਰਾਣੇ ਬੰਦ ਕਰਤੇ ਸੀ। ਕਿਉਂਕਿ ਉਹਨਾਂ ਨੂੰ ਗਿਆਨ ਸੀ ਵੀ ਕੇਸ ਜਿਹੜੇ ਨੇ ਉਹ ਬੜੀ ਮਹੱਤਵ ਰੱਖਦੇ ਨੇ। ਦਸਮ ਦੀ ਬਾਣੀ ਕਹਿੰਦੀ ਹੈ ਕੋਈ ਵੀ ਮੰਤਰ ਸਿੱਧ ਨਹੀਂ ਹੁੰਦਾ ਜਦ ਤੱਕ ਅਸੀਂ ਕੇਸਾਧਾਰੀ ਨਹੀਂ ਹੁੰਦੇ। ਸਾਡੇ ਵਾਹਿਗੁਰੂ ਗੁਰੂ ਮੰਤਰ ਦੀ ਸਾਨੂੰ ਸ਼ਕਤੀ ਪੂਰਨ ਤੌਰ ਤੇ ਤਾਂ ਹੀ ਪ੍ਰਾਪਤ ਹੋਏਗੀ, ਬਰਕਤ ਅੰਦਰ ਤਾਂ ਹੀ ਵਰਤੇਗੀ, ਕਲਾ ਤਾਂ ਹੀ ਵਰਤੇਗੀ ਜੇ ਅਸੀਂ ਕੇਸਾਧਾਰੀ ਹੋਵਾਂਗੇ। ਇੱਕ ਵਾਰੀ ਇਹ ਕਹਿੰਦੇ ਨੇ ਇੱਕ ਸਿੱਖ ਨਾ ਇੱਕ ਜੋਤਿਸ਼ ਕੋਲ ਚਲਾ ਗਿਆ ਆਪਣੇ ਦੋਸਤ ਦੇ ਕਹਿਣ ਤੇ ਉਹ ਜਿਹੜਾ ਸੀ ਜੋਤਿਸ਼ ਕਹਿੰਦੇ ਸੀ, ਉਹ ਮੱਥਾ ਦੇਖ ਕੇ ਨਾ ਕੋਈ ਗੱਲ ਉਹਦੇ ਕੋਲ ਥੋੜੀ ਜਿਹੀ ਰਿੱਧੀ ਸਿੱਧੀ ਸੀ, ਦੇਖ ਕੇ ਦੱਸ ਦਿੰਦਾ ਸੀ ਕਿ ਸਾਹਮਣੇ ਵਾਲੇ ਦੇ ਦਿਮਾਗ ਵਿੱਚ ਕਿਹੜੀ ਗੱਲ ਚੱਲ ਰਹੀ ਹੈ। ਜਿਹੜਾ ਦੋਸਤ ਸੀ ਨਾਲ, ਉਹ ਤੇ ਕੇਸਾਧਾਰੀ ਨਹੀਂ ਸੀ, ਉਹਦਾ ਮੱਥਾ ਨਾ ਕੋਈ ਉੱਪਰ ਕੱਪੜਾ, ਉਹ ਪੜ੍ਹ ਕੇ ਉਹਨੇ ਦੱਸ ਦਿੱਤਾ ਕਿ ਵੀ ਇਹਦੇ ਮਨ 'ਚ ਇਹ ਗੱਲ ਚੱਲ ਰਹੀ ਹੈ। ਸਿੱਖ ਦੇ ਮਨ 'ਚ ਕੀ ਚੱਲ ਰਿਹਾ ਉਹ ਦੱਸ ਨਹੀਂ ਸਕਿਆ। ਕਹਿੰਦੇ ਵੀ ਉਹ ਜਿਹੜਾ ਦੋਸਤ ਸੀ ਨਾ ਹਿੰਦੂ, ਉਹਨੂੰ ਬੜਾ ਅਫਸੋਸ ਹੋਇਆ ਕਿ ਬਈ ਮੇਰਾ ਜਿਹੜਾ ਦੱਸ ਨਹੀਂ ਸਕਿਆ ਹੈ ਜੋਤਿਸ਼, ਮੈਨੂੰ ਇੰਨਾ ਮੰਨਦਾ ਵਾ। ਤੇ ਕਾਰਨ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਸਿੱਖ ਕੇਸਾਧਾਰੀ ਹੈ, ਜਿਹਨੇ ਬਚਪਨ ਜਨਮ ਤੋਂ ਲੈ ਕੇ ਆਪਣੇ ਕੇਸਾਂ ਨੂੰ ਬਿਲਕੁਲ ਸੁੱਚਾ ਤੇ ਪਵਿੱਤਰ ਰੱਖਿਆ ਹੈ, ਉਹਦਾ ਮਸਤਕ ਪੜ ਕੇ ਕੋਈ ਵੀ ਟੂਣਾ ਟੱਪਾ ਕਰਨਾ ਵੀ ਔਖੀ ਗੱਲ ਹੈ। ਇਹ ਨਹੀਂ ਹੋ ਸਕਦੀ। ਦੇਖੋ ਇਹ ਜਿਹੜੇ ਕੇਸ ਨੇ, ਅਗਰ ਅਸੀਂ ਬਿਲਕੁਲ ਪਵਿੱਤਰ ਤੇ ਸੁੱਚੇ ਰੱਖਦੇ ਹਾਂ, ਸਾਨੂੰ ਪਾਗਲਪਨ ਨਹੀਂ ਹੋ ਸਕਦਾ। ਇਹ ਸਾਇੰਟੀਫਿਕਲੀ ਵੀ ਹੁੰਦੀ ਚੀਜ਼ਾਂ। ਇਸ ਕਰਕੇ ਮਹਾਰਾਜ ਦੀ ਬਰਕਤ ਜਿਹੜੀ ਮਹਾਰਾਜ ਨੇ ਕੇਸਾਂ ਵਿੱਚ ਰੱਖੀ ਹੈ, ਅਸੀਂ ਇਹਦਾ ਬੜੇ ਸਨਮਾਨ ਨਾਲ, ਚੜ੍ਹਦੀ ਕਲਾ ਨਾਲ ਰੱਖਣਾ ਹੈ। ਕਿਉਂਕਿ ਵੀਰਾਂ ਲਈ ਇਹ ਹੈ ਥੋੜ੍ਹੀ, ਸਾਨੂੰ ਲੱਗਦਾ ਆਸਾਨ ਹੈ, ਉਹਨਾਂ ਨੇ ਫਿਰ ਵੀ ਰੱਖੀ ਹੁੰਦੀ ਹੈ। ਭੈਣਾਂ ਲਈ ਥੋੜ੍ਹੀ ਔਖੀ ਹੋ ਜਾਂਦੀ ਹੈ। ਅੱਜ ਕੱਲ੍ਹ ਥੋੜ੍ਹਾ ਮੋਡਰਨਾਈਜੇਸ਼ਨ ਵਿੱਚ ਕਹਿ ਲਓ ਜਾਂ ਫੈਸ਼ਨ ਦੇ ਚੱਕਰ ਅੰਦਰ
ਅਸੀਂ ਆਪਣੇ ਕੇਸ ਬਿਲਕੁਲ ਸੁੱਚੇ ਰੱਖਣੇ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਕੋਈ ਬੇਅਦਬੀ ਨਹੀਂ ਕਰਨੀ। ਸਿਰ ਤੋਂ ਲੈ ਕੇ ਪੈਰਾਂ ਦੇ ਨਖੂਨ ਤੱਕ ਤੇ ਪੈਰਾਂ ਦੇ ਨਖੂਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹ ਅਸੀਂ ਪੂਰੇ ਕੇਸਾਧਾਰੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਤੇ ਮਹਾਰਾਜ ਦੇ ਪਹਿਲੇ ਕਕਾਰ ਕੇਸ ਤੇ ਕੇਸਕੀ ਦੀ ਜਿਹੜੀ ਬਰਕਤ ਹੈ ਉਹ ਅੰਦਰ ਵਰਤੇਗੀ। ਫਿਰ ਜਿਵੇਂ ਜਿਵੇਂ ਬਾਣੀ ਪੜਾਂਗੇ ਜੋ ਊਰਜਾ ਹੋਏਗੀ ਉਹ ਅੰਦਰ ਸਮਾਈ ਰਹੇਗੀ, ਸਾਨੂੰ ਬਰਕਤ ਸਾਡੇ ਅੰਦਰ ਕਲਾ ਉਹ ਵਰਤੇਗੀ। ਮਹਾਰਾਜ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਕੱਲ ਅਸੀਂ ਅਗਲੇ ਕਕਾਰਾਂ ਤੇ ਵਿਚਾਰ ਕਰਾਂਗੇ। ਆਪ ਸਭ ਨੂੰ ਬੇਨਤੀ ਹੈ ਕਿ ਆਪਣਾ ਮਨ ਬਣਾਓ ਤੇ ਅੰਮ੍ਰਿਤ ਦੀ ਦਾਤ ਲਓ। ਜਿਨ੍ਹਾਂ ਦਾ ਖੰਡਿਤ ਹੋ ਗਿਆ ਉਹ ਖੰਡਿਤ ਕਿਸ ਕਰਕੇ ਹੋਇਆ ਸੀ ਉਹ ਆਪ ਅਸੀਂ ਜਾਣਦੇ ਹਾਂ। ਉਹ ਸੀੜੀ ਚੜ੍ਹ ਜਾਓ ਵੀ ਉਹ ਖੰਡਿਤ ਹੋ ਗਿਆ ਸੀ, ਉਹਨੂੰ ਚੜ੍ਹ ਜਾਓ, ਟੱਪ ਜਾਓ ਤੇ ਦੁਬਾਰਾ ਦਾਤ ਲੈ ਕੇ ਗੁਰੂ ਵਾਲੇ ਬਣ ਜਾਓ। ਕਿਉਂਕਿ ਜਿੰਨੇ ਵੀ ਬੈਠੇ ਹਾਂ ਕਮ ਸੇ ਕਮ ਸਾਰੇ 40 ਤੋਂ ਉੱਪਰ ਆ। ਇਸ ਉਮਰ ਵਿੱਚ ਵੀ ਹੁਣ ਅਗਰ ਗੁਰੂ ਵਾਲੇ ਨਹੀਂ ਬਣਾਂਗੇ ਤਾਂ ਫਿਰ ਕਦੋਂ ਬਣਾਂਗੇ। ਦੇਖੋ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਅਗਰ ਆਪ ਜਦੋਂ ਕੋਈ ਪ੍ਰਸ਼ਨ ਹੋਏ ਤੁਸੀਂ WhatsApp ਕਰ ਦੇਣਾ ਜਾਂ ਤੁਸੀਂ ਇੱਥੇ ਪੁੱਛ ਲਓ। ਉਹ ਸ਼ੰਕਾ ਦਾ ਨਿਵਾਰਣ ਵੀ ਕਰਨ ਦੀ ਪੂਰੀ ਕੋਸ਼ਿਸ਼ ਹੋਏਗੀ ਤੇ ਅਸੀਂ ਅੰਮ੍ਰਿਤ ਦੀ ਦਾਤ ਲੈ ਕੇ ਮਹਾਰਾਜ ਦੀ ਧੀਆਂ ਤੇ ਪੁੱਤ ਸਜਣਾ ਹੈ। ਦਿਓ ਅਸੀਸ। ਕਥਾ ਕਰਨ ਦੀ ਵਿਚਾਰ ਕਰਨ ਦੀ ਜਾਂਚ ਆ ਜਾਏ। ਝੂਲ ਤੇ ਨਿਸ਼ਾਨ ਰਹੇ, ਝੂਲ ਤੇ ਨਿਸ਼ਾਨ ਰਹੇ, सज ते दीवान रहे, सज ते दीवान रहे। देग तेग, देग तेग राज करेगा, राज करेगा। वाहिगुरु जी का खालसा, वाहिगुरु जी की फतेह।